रेडियो मिर्ची 1310 और रेडियो पंजाब सुन रहे साडे सारे सत्कार श्रोतिਆਂ ਦਾ मैं संदीप एक बार फिर तो बहुत ही निੱਘਾ स्वागत करती हूँ। गुड मॉर्निंग पंजाबी शो तुसी सुन रहे हो इस वक्त रेडियो मिर्ची 1310 बे एरिया FM 92.9 रेडियो पंजाब AM 620 ते AM 1210 फ्रेज़नो च ते रेडियो पंजाब AM 660 ते FM 102.5 बेकरफील्ड और सियाटल च 1560 AM ते तुसी साडे नाल जुड़े होए हो। तुहाडे सारिਆਂ ਦਾ ਅਸੀਂ बहुत धन्नवाद करते हैं। एक पंजाबी गीत तुसी जरूर सुनिया होएगा हरभजन मान की आवाज़ च है कि तिन रंग नहीं लभने हुसन जवानी ते मापे ते जे ये गवाच जाए तो मुड़ के मिलते नहीं। तो अज असी इन्हां विचों दो रंगां दे बारे गल करनी यानी साडे बजुर्ग ते नौजवानां दे बारे। देश विदेश दे विच रहिंदे साडे बजुर्गां दी जिंदगी और वध रहे प्रवास दे नाल पंजाब ते नौजवानी दे उत्ते की असर हो रहा है इस बारे गलबात करन दे लई अज असी विशेष तौर पर सदा दिता है साडे खास मेहमान सत्कारयोग भुपिंदर सिंह वालिया जी नूं जो कि ज्वाइंट रजिस्ट्रार कोऑपरेटिव सोसाइटीज़ जलंधर पंजाब सरकार दे विच 39 साल अपनियां सेवावां दे चुके ने ते बहुत सारियां इस वक्त कवितावां छोटियां कहानियां मिनी स्टोरीज़ ते वख-वख विषयां दे उत्ते नैशनल इंटरनैशनल न्यूज़पेपर्स दे विच इन्हां दे आर्टिकल्स भी छपदे रहिंदे ने जो कि पाठकां दे वल्लों बड़े पसंद कीते जांदे ने। ते साल 2022 जून च वर्ल्ड पंजाबी कॉन्फ्रेंस कैनेडा दे विच भी भाग लै चुके ने। सो आओ आपां गलबात दा सिलसिला शुरू करते हां ते सब तो पहला स्वागत करते हां सर भुपिंदर सिंह जी तुहानूं रेडियो मिर्ची 1310 ते रेडियो पंजाब दे लिसनर्स दे वल्लों जी आयां नूं ते सत श्री अकाल जी। सत श्री अकाल संदीप जी, बहुत बहुत धन्नवाद तुहाडा कि रेडियो मिर्ची और रेडियो पंजाब USA ਵੱਲੋਂ ਤੁਸੀਂ ਮੌਕਾ ਦਿੱਤਾ ਮੈਨੂੰ ਕਿ ਮੈਂ ਇਹਨਾਂ ਦੇ ਸਰੋਤਿਆਂ ਦੇ ਰੂਬਰੂ ਹੋ ਸਕਾਂ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਰ ਗੱਲ ਕਰਾਂਗੇ ਬਿਲਕੁਲ ਬੁਢਾਪੇ ਦੇ ਬਾਰੇ। ਮੈਂ ਨਾ ਤੁਹਾਡਾ ਜਦੋਂ ਲੇਖ ਪੜ੍ਹਦੀ ਸੀ ਤੇ ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਉਹਦੇ ਵਿੱਚ ਅੰਕੜਿਆਂ ਦੇ ਨਾਲ ਬੜਾ ਵਧੀਆ ਢੰਗ ਨਾਲ ਦਰਸਾਇਆ ਹੋਇਆ ਸੀਗਾ ਕਿ ਇਸ ਵਕਤ ਜਿਹੜੇ ਬਜ਼ੁਰਗਾਂ ਦੀ ਸਥਿਤੀ ਆ ਉਹ ਕਿੱਦਾਂ ਦੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਖਾਸ ਤੌਰ ਤੇ ਜਦੋਂ ਬੁਢਾਪੇ ਨੂੰ ਪਰਿਭਾਸ਼ਿਤ ਕਰਨਾ ਹੋਵੇ ਤੇ ਕਹਿੰਦੇ ਕਿ ਉਹਦੇ ਬਾਰੇ ਵੀ ਮੇਰੇ ਬੜਾ ਸੋਚਣਾ ਪਿਆ ਵੀ ਆਖਿਰ ਇਹਨੂੰ ਕਿੱਦਾਂ ਪਰਿਭਾਸ਼ਿਤ ਕੀਤਾ ਜਾਵੇ। ਬੁਢਾਪਾ ਕੀ ਹੈ, ਕਦੋਂ ਆਉਂਦਾ ਹੈ? ਕਿਉਂਕਿ ਅੱਜ ਕੱਲ੍ਹ ਤੇ ਤੁਸੀਂ ਵੇਖੋ ਕਿ 80-90 ਸਾਲ ਤੱਕ ਪਹੁੰਚ ਕੇ ਵੀ ਲੋਕ ਜਿਹੜੇ ਨੇ ਉਹ ਬੜੇ ਤਾਕਤਵਰ ਬੜੇ ਫਰਤੀਲੇ ਜਿਹੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਕੀ ਦੱਸੋਗੇ ਕਿ ਇਹਦੇ ਪਿੱਛੇ ਕੀ ਕਾਰਨ ਹੈ ਤੇ ਤੁਸੀਂ ਕਿੰਝ ਵੇਖਦੇ ਹੋ, ਕੀ ਡਿਫਾਈਨ ਕਰੋਗੇ ਬੁਢਾਪਾ ਕੀ ਹੈ? ਸੰਦੀਪ ਜੀ ਇਸ ਤਰ੍ਹਾਂ ਹੈ ਕਿ ਬੁਢਾਪੇ ਨੂੰ ਜਦੋਂ ਮੈਂ ਪਰਿਭਾਸ਼ਿਤ ਕਰਨ ਲੱਗਾ ਤੇ ਕਾਫੀ ਸੋਚਣਾ ਪਿਆ ਕਿ ਕਿਹਨੂੰ ਬੁੱਢਾ ਕਿਹਾ ਜਾਵੇ ਜਾਂ ਬਜ਼ੁਰਗ ਕਿਹਾ ਜਾਵੇ ਜੀ। ਪਰ ਫਿਰ ਇਹ ਸੋਚਿਆ ਕਿ 75 ਸਾਲਾਂ ਦਾ ਵੀ ਇੱਕ ਮੇਰੇ ਨਾਲ ਸੈਰ ਕਰਨ ਆਉਂਦਾ ਬੰਦਾ 97 ਸਾਲ ਦਾ ਸਾਈਕਲ ਤੇ ਆਉਂਦਾ ਤੇ ਕਿਹਨੂੰ ਬਜ਼ੁਰਗ ਕਿਹਾ ਜਾਵੇ? ਉਹ ਘੋੜੇ ਵਾਂਗੂ ਕਈ 95 ਸਾਲ ਦੇ 80 ਸਾਲ ਦੇ ਘੋੜੇ ਵਾਂਗੂ ਫੁਰਤੀਲੇ ਤੇ ਚੁਸਤ ਨੇ ਤੇ ਭਾਵੇਂ ਉਹਨਾਂ ਦੇ ਸਰੀਰ 'ਚ ਜਵਾਨੀ ਮੁਕਾਬਲੇ ਨਿਰਬਲਤਾ ਹੈ ਪਰ ਮੈਂ ਦੇਖਿਆ ਕਿ ਚੰਗਾ ਰਹਿਣ ਸਹਿਣ ਹੋਵੇ, ਚਿੰਤਾ ਮੁਕਤ ਜੀਵਨ ਹੋਵੇ, ਸੰਤੁਲਿਤ ਖੁਰਾਕ ਤੇ ਵਰਜਿਸ਼ ਕਰਨ ਵਾਲਾ ਮਨੁੱਖ ਦੂਸਰਿਆਂ ਮੁਕਾਬਲੇ ਦੇਰ ਨਾਲ ਬੁੱਢਾ ਹੁੰਦਾ। ਭਾਰਤ ਵਿੱਚ ਜਿਹੜਾ ਇਹ ਸਿਸਟਮ ਹੈ ਉਹ 60 ਸਾਲ ਤੋਂ ਉੱਪਰ ਵਾਲੇ ਨੂੰ ਬਜ਼ੁਰਗ ਜਾਂ ਅੰਗਰੇਜ਼ੀ ਵਿੱਚ ਸੀਨੀਅਰ ਸਿਟੀਜ਼ਨ ਆਖਦੇ ਨੇ ਤੇ ਜਿਹਦੀਆਂ ਨਿਸ਼ਾਨੀਆਂ ਨਾਲ ਹੀ ਪਤਾ ਲੱਗ ਸਕਦਾ ਕਿ ਬੰਦਾ ਬਜ਼ੁਰਗ ਹੈ ਕਿ ਜਾਂ ਕੀ ਹੈ। ਉਹਦੇ ਵਿੱਚ ਹੈਗੀ ਹੈ ਸਰੀਰ 'ਚ ਨਿਰਬਲਤਾ ਆ ਜਾਂਦੀ ਹੈ, ਦੰਦਾਂ ਦਾ ਗਿਰਨਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਦੀ ਰੋਸ਼ਨੀ ਘਟ ਜਾਂਦੀ ਹੈ, ਯਾਦਾਸ਼ਤ ਘਟ ਜਾਂਦੀ ਹੈ, ਸਰੀਰ ਵਿੱਚ ਦਰਦ ਤੇ ਹੋਰ ਰੋਗਾਂ ਦਾ ਸ਼ੁਰੂ ਬੁਢਾਪੇ ਦੀਆਂ ਨਿਸ਼ਾਨੀਆਂ ਨੇ। ਏਦਾਂ ਗੁਰਬਾਣੀ ਵਿੱਚ ਵੀ ਜਿਵੇਂ ਲਿਖਿਆ ਹੋਇਆ ਹੈ, ਉੱਜਲ ਮੋਤੀ ਸੋਹਣੇ ਰਤਨ ਨਾਲ ਜੁੜਾਣ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਇਹਦਾ ਭਾਵ ਹੈ ਜੀ ਕਿ ਸਰੀਰ 'ਚ ਸੋਹਣੇ ਦੰਦ ਤੇ ਸੋਹਣੇ ਨੈਣ ਨਾਲ ਸ਼ੋਭ ਰਿਹਾ ਹੈ ਤੇ ਬੁਢਾਪਾ ਇਹਨਾਂ ਦਾ ਵੈਰੀ ਹੈ ਕਿਉਂਕਿ ਬੁੱਢੇ ਹੋ ਕੇ ਨਾਸ ਹੋ ਜਾਂਦੇ ਆ। ਸੋ ਇਹ ਮੈਂ ਇੰਨਾ ਕਿ ਸਮਝਦਾ ਕਿ ਪ੍ਰਭਾਸ਼ਿਤ ਕੀਤਾ ਜਾ ਸਕਦਾ, ਇਹਦੀ ਕੋਈ ਪੱਕੀ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ। ਸਹੀ ਗੱਲ ਹੈ ਜੀ। ਅਸੀਂ ਬਜ਼ੁਰਗਾਂ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰ ਰਹੀਆਂ ਨੇ ਪਰ ਥੋੜ੍ਹੀ ਜਿਹੀ ਗੱਲ ਅਸੀਂ ਨੌਜਵਾਨਾਂ ਦੇ ਸੰਬੰਧ ਦੇ ਵਿੱਚ ਵੀ ਨਾਲ ਕਰਨੀ ਹੈ ਕਿਉਂਕਿ ਸਾਡੇ ਬਹੁਤ ਸਾਰੇ ਨੌਜਵਾਨ ਵੀ ਇਸ ਵਕਤ ਰੇਡੀਓ ਨੂੰ ਸੁਣ ਰਹੇ ਨੇ। ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਪੰਜਾਬ ਤੋਂ ਵਿਦੇਸ਼ਾਂ ਦੇ ਵੱਲ ਜਿਹੜਾ ਰੁਖ ਕਰਨਾ ਇਹ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਹੋ ਗਿਆ ਹੈ ਔਰ ਆਪਣੇ ਬਿਹਤਰ ਭਵਿੱਖ ਦੇ ਲਈ ਹਰ ਕੋਈ ਸੋਚਦਾ ਵੀ ਹੈ ਤੇ ਸਖਤ ਮਿਹਨਤਾਂ ਦੇ ਨਾਲ ਮੰਜ਼ਿਲਾਂ ਜਿਹੜੀਆਂ ਨੇ ਉਹ ਸਰ ਵੀ ਕੀਤੀਆਂ ਜਾ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ। ਪਰ ਇਸ ਪ੍ਰਵਾਸ ਦਾ ਪੰਜਾਬ ਦੇ ਉੱਤੇ ਔਰ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ ਕੀ ਅਸਰ ਪੈ ਰਿਹਾ, ਤੁਸੀਂ ਇਸ ਨੂੰ ਕਿੱਦਾਂ ਵੇਖਦੇ ਹੋ?
ਸੰਦੀਪ ਜੀ, ਹਰ ਮਨੁੱਖ ਦੀ ਪ੍ਰਬਲ ਇੱਛਾ ਹੁੰਦੀ ਹੈ ਕਿ ਉਹਦਾ ਵਰਤਮਾਨ ਭਵਿੱਖ ਸੱਚੇ ਸੁੱਖ ਤੇ ਸਦੀਵੀ ਸ਼ਾਂਤੀ ਉਹਨੂੰ ਪ੍ਰਾਪਤ ਹੋਵੇ। ਬਿਲਕੁਲ ਜੀ। ਪੈਸੇ ਦੀ ਇੰਨੀ ਦੌੜ ਹੋ ਗਈ ਹੈ ਮਨੁੱਖ ਦੀ, ਤੇ ਨੌਜਵਾਨ ਜਿਹੜਾ ਨਿਰਾਸ਼ਾ ਤੇ ਤਣਾਅ ਵਿੱਚੋਂ ਲੰਘ ਰਿਹਾ। ਜ਼ਿੰਦਗੀ ਦੇ ਰੰਝੇਵੇ ਇੰਨੇ ਆ, ਵਿਵਸਥਾ ਇੰਨੀ ਹੈ ਕਿ ਪਦਾਰਥਵਾਦ ਰੁਝਾਨ ਵੱਧ ਰਿਹਾ ਜੀ। ਜ਼ਿੰਦਗੀ ਦੀਆਂ ਕਦਰਾਂ ਕੀਮਤਾਂ 'ਚ ਲਗਾਤਾਰ ਜਿਹੜਾ ਬਦਲਾਅ ਆ ਰਿਹਾ ਹੈ। ਉਹ ਅੱਧੀ ਕੁ ਸਦੀ ਪਹਿਲਾਂ ਸਾਡੇ ਇੱਥੇ ਪੰਜਾਬ 'ਚੋਂ ਦੁਆਬੇ ਏਰੀਏ ਤੇ ਕੁਝ ਲੋਕਾਂ ਨੇ ਬਾਹਰ ਜਾਣਾ, ਵਿਦੇਸ਼ਾਂ ਵੱਲ ਮੂੰਹ ਕੀਤਾ। ਉਹਨਾਂ ਦੀ ਹੱਡ ਭੰਨਵੀਂ ਮਿਹਨਤ, ਉਹਨਾਂ ਦੀਆਂ ਸਕਸੈਸ ਸਟੋਰੀਆਂ, ਉਹਨਾਂ ਦੇ ਇੱਥੋਂ ਦਾ ਸਾਫ਼ ਵਾਤਾਵਰਨ, ਮੁਫਤ ਮੈਡੀਕਲ ਸਹੂਲਤਾਂ, ਭਾਰਤ ਦੇ ਮੁਕਾਬਲੇ ਵੱਧ ਮਜ਼ਦੂਰੀ ਰੇਟ, ਇਹ ਸਾਰਿਆਂ ਨੇ ਉਹਨਾਂ ਨੂੰ ਇੱਥੇ ਜਦੋਂ ਇਹ ਖਬਰਾਂ ਪਹੁੰਚਦੀਆਂ ਤੇ ਸਾਰਿਆਂ ਦਾ ਰੁਝਾਨ ਹੁੰਦਾ ਕਿ ਅਸੀਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਹੀ ਚਲੇ ਜਾਈਏ। ਕੋਈ ਭਾਰਤ 'ਚ ਬਹੁਤੀਆਂ ਕੋਈ ਇਹੋ ਜਿਹੀਆਂ ਅਪਰਚੁਨਿਟੀਜ਼ ਹੀ ਨਹੀਂ ਹਨ ਕਿ ਜਿੱਥੇ ਉਹਨਾਂ ਨੂੰ ਬਹੁਤ ਕੁਆਲੀਫਿਕੇਸ਼ਨ ਮੁਤਾਬਕ ਉਹਨਾਂ ਨੂੰ ਜਿਹੜੀ ਕੋਈ ਇੰਪਲੋਇਮੈਂਟ ਮਿਲ ਸਕੇ। ਪਰ ਇਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਨੇ ਜਦੋਂ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਵਿਦੇਸ਼ਾਂ ਵੱਲ ਨੂੰ ਧਿਆਨ ਇਹਨਾਂ ਦਾ ਹੋ ਗਿਆ। ਮਾਝਾ ਕੀ, ਮਾਲਵਾ ਕੀ, ਹਰ ਪਾਸਿਓਂ ਜਿਹੜਾ ਇਹ ਰੁਝਾਨ ਹੋ ਗਿਆ। ਇੱਥੋਂ ਤੱਕ ਕਿ ਘਰ ਵੇਚ ਕੇ ਜੀਵਨ, ਆਪਣੀ ਜ਼ਮੀਨਾਂ ਗਹਿਣੇ ਪਾ ਕੇ, ਬੈਂਕਾਂ ਤੋਂ ਕਰਜ਼ਾ ਲੈ ਕੇ ਲੋਕਾਂ ਦਾ ਇਹ ਹਰ ਹੀਲਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਪਹੁੰਚ ਜਾਈਏ। ਇੱਕ ਅਧਿਐਨ ਹੋਇਆ ਸੰਦੀਪ ਜੀ, ਉਹਦੇ ਮੁਤਾਬਕ ਚੰਡੀਗੜ੍ਹ ਦੇ ਵਿੱਚੋਂ ਹਰ ਲੱਖ ਪਿੱਛੇ 10,150 ਵਿਦਿਆਰਥੀ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਵਿੱਚੋਂ ਹਰ 1 ਲੱਖ ਪਿੱਛੇ 859 ਜਿਹੜੇ ਵਿਦਿਆਰਥੀ ਉਹ ਜਾ ਰਹੇ ਆ, ਜਦੋਂ ਕਿ ਹਰਿਆਣੇ ਦੀ ਸੰਖਿਆ ਸਿਰਫ 149 ਪ੍ਰਤੀ ਲੱਖ ਹੈ। ਔਰ ਇਹ ਜਿਹੜਾ ਭਵਿੱਖ ਤਲਾਸ਼ਦੇ ਆਪਣਾ ਜਿਹੜਾ ਵਿਦੇਸ਼ਾਂ ਵਿੱਚ ਇੱਕ ਜਿਹੜਾ ਅਧਿਐਨ ਹੈ ਉਹਦੇ ਮੁਤਾਬਕ 10,150 ਵਿਦਿਆਰਥੀ ਜਿਹੜੇ ਆ ਉਹ ਪੰਜਾਬ ਵਿੱਚੋਂ ਤੇ 859 ਜਿਹੜੇ ਆ ਉਹ 2016 ਤੋਂ 2021 ਤੱਕ ਗਏ ਆ ਵਿਦੇਸ਼ਾਂ 'ਚ। ਜਿਹੜੀ ਇੱਕ ਲੋਕ ਸਭਾ ਸਾਡੇ ਇੱਥੇ ਇੰਡੀਆ ਦੇ ਵਿੱਚ, ਭਾਰਤ ਵਿੱਚ ਜਿਹੜੀ ਲੋਕ ਸਭਾ, ਉਹਦੇ ਵਿੱਚ ਇੱਕ ਸਵਾਲ ਕਿਸੇ ਨੇ ਕੀਤਾ ਵੀ ਇਹ ਕਿੰਨਾ ਹੈ। ਉਹਦੇ ਜਵਾਬ ਵਿੱਚ ਉਹਨਾਂ ਕਿਹਾ ਵੀ 2016 ਤੋਂ 2021 ਤੱਕ 9,80,000 ਮਨੁੱਖ ਵਿਦੇਸ਼ਾਂ ਨੂੰ ਗਏ ਆ, ਜਿਹਦੇ ਚੋਂ 3,79,000 ਸਿਰਫ ਵਿਦਿਆਰਥੀ ਨੇ ਤੇ 6 ਲੱਖ ਮਜ਼ਦੂਰ ਹੀ ਗਏ ਨੇ। ਸੋ ਇਹ ਬੜਾ ਅਲਾਰਮਿੰਗ ਫਿਗਰ ਹੈ ਕਿ ਹਰ ਬੰਦਾ ਆਪਣਾ ਭਵਿੱਖ ਤਲਾਸ਼ਣ ਲਈ ਭਾਵੇਂ ਬਾਹਰ ਜਾ ਕੇ ਮਜ਼ਦੂਰੀ ਹੀ ਬਹੁਤਿਆਂ ਨੂੰ ਕਰਨੀ ਪੈਂਦੀ ਹੈ, ਪਰ ਉਹ ਵਿਦੇਸ਼ ਜਾ ਕੇ ਉਹਨਾਂ ਦੀ ਪ੍ਰੈਫਰੈਂਸ ਹੈ ਵਿਦੇਸ਼ ਜਾਇਆ ਜਾਵੇ। ਜੀ ਬਿਲਕੁਲ। ਔਰ ਦੇਖੋ ਇੱਕ ਤਾਂ ਇਹ ਵੀ ਹੈ ਕਿ ਮਿਹਨਤ ਜਿਹੜੀ ਹੈ ਉਹਦਾ ਮੁੱਲ ਮਿਲਦਾ ਹੈ, ਜਾਂ ਇੱਕ ਵਧੀਆ ਸਾਫ਼ ਵਾਤਾਵਰਨ ਜਿਹੜਾ ਹੈ ਉਹ ਮਿਲ ਰਿਹਾ ਹੈ। ਸੋ ਕਈ ਅਜਿਹੇ ਕਾਰਨ ਨੇ ਜਿਨ੍ਹਾਂ ਕਰਕੇ ਬਿਹਤਰ ਭਵਿੱਖ ਦੇ ਲਈ ਜਾਂ ਕਈ ਮਜਬੂਰੀਆਂ ਵਸ ਵੀ ਵਿਦੇਸ਼ਾਂ ਦੇ ਵੱਲ ਰੁਖ ਕਰਦੇ ਨੇ। ਬਹੁਤ ਸਾਰੇ ਲੋਕ ਇਸ ਵਕਤ ਵੈਲ ਸੈਟਲਡ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ। ਕਈ ਵਾਰੀ ਬੱਚਿਆਂ ਨੂੰ ਜਿਹੜਾ ਬੁਲਾਇਆ ਜਾਂਦਾ ਹੈ ਸਪੈਸ਼ਲੀ, ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਪੇਰੈਂਟਸ ਨੂੰ ਜਿਹੜਾ ਹੈ ਉਹ ਭਾਰਤ ਤੋਂ ਅਮਰੀਕਾ, ਕੈਨੇਡਾ ਜਾਂ ਹੋਰ ਵੱਖ-ਵੱਖ ਮੁਲਕ ਨੇ ਉੱਥੇ ਬੁਲਾਇਆ ਜਾਂਦਾ ਕਿ ਆਓ ਸਾਡੇ ਕੋਲ। ਪੇਰੈਂਟਸ ਨੂੰ ਕਦੇ ਕਦੇ ਇਹ ਕਿਹਾ ਜਾਂਦਾ ਕਿ ਰਹੋ ਸਾਡੇ ਕੋਲ, ਆ ਕੇ ਰਹੋ, ਸਾਡਾ ਦਿਲ ਨਹੀਂ ਲੱਗਦਾ ਤੁਹਾਡੇ ਬਿਨਾਂ। ਜਾਂ ਕਦੇ ਮਜਬੂਰੀ ਵਸ ਕਿ ਵੀ ਬੱਚੇ ਨੇ, ਬੱਚਿਆਂ ਨੂੰ ਪਾਲਣਾ ਤੇ ਆਪ ਕੰਮ ਤੇ ਜਾਣਾ ਤੇ ਪਿੱਛੋਂ ਬੱਚਿਆਂ ਦਾ ਰੱਖ ਰਖਾਵ ਕੌਣ ਕਰੇਗਾ। ਸੋ ਕਈ ਸਾਰੇ ਬਜ਼ੁਰਗ ਜੋੜੇ ਜਿਹੜੇ ਨੇ ਉਹ ਇੱਦਾਂ ਦੇ ਵੀ ਵੇਖੇ ਨੇ ਜਿਹੜੇ ਕਿ ਭਾਰਤ ਤੋਂ ਫਿਰ ਅਮਰੀਕਾ, ਕੈਨੇਡਾ ਦੇ ਵੱਲ ਰੁਖ ਕਰਦੇ ਨੇ। ਪਰ ਜਿਹੜੇ ਇਹ ਆਪਣੇ ਬੱਚੇ ਤੇ ਫਿਰ ਉਸ ਤੋਂ ਅੱਗੋਂ ਜਿਹੜੇ ਬੱਚੇ ਹੁੰਦੇ ਨੇ, ਦੋਤਰੇ ਹੋ ਗਏ, ਪੋਤਰੇ ਹੋ ਗਏ, ਪੋਤਰੀਆਂ ਹੋ ਗਈਆਂ, ਇਹ ਜਿਹੜੇ ਸਾਡੇ ਬਜ਼ੁਰਗ ਨੇ ਜਦੋਂ ਉੱਥੇ ਪਹੁੰਚਦੇ ਨੇ ਇਹ ਉਹਨਾਂ ਦੀ ਬਿਲਕੁਲ ਚਿੰਤਾ ਤੇ ਹੁੰਦੀ ਆ। ਵਿਆਜ ਨਾਲੋਂ ਮੂਲ ਪਿਆਰਾ, ਇਹ ਤਾਂ ਸਾਡੇ ਪੰਜਾਬੀ ਅਕਸਰ ਹੀ ਕਹਿੰਦੇ ਰਹੇ ਨੇ। ਪਰ ਕੀ ਵਾਕਈ ਚਿੰਤਾ ਕਰਨੀ ਚਾਹੀਦੀ ਹੈ? ਇਸ ਤਰ੍ਹਾਂ ਜੀ ਵੀ ਵਿਦੇਸ਼ਾਂ ਦੇ ਵਿੱਚ ਕੋਈ ਘਰੇਲੂ ਸਹਾਇਤਾ ਕਰਨ ਲਈ ਬੰਦਾ ਨਹੀਂ ਮਿਲਦਾ। ਜਿਵੇਂ ਪੰਜਾਬ, ਇੰਡੀਆ 'ਚ ਆਪਾਂ ਕੰਮ ਕਰਨ ਵਾਲੇ ਸਹਾਇਕ ਮਿਲ ਜਾਂਦੇ, ਇੱਥੇ ਨਹੀਂ ਮਿਲਦੇ। ਜੇ ਮਿਲਦੇ ਆ ਤਾਂ ਬਹੁਤ ਵਿੱਤੋਂ ਬਾਹਰ ਨੇ। ਉਹ ਹਰ ਬੰਦੇ ਦਾ ਕੋਈ ਵਸੀਲੇ ਨਹੀਂ ਕਿ ਉਹਨੂੰ ਪੂਰਾ ਕਰ ਸਕੇ। ਤੇ ਇਸ ਕਰਕੇ ਜਿਹੜੇ ਲੋਕ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਮਾਪਿਆਂ ਨੂੰ ਆਪਣੇ ਕੋਲ ਰੱਖਣਾ ਇੱਕ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ। ਔਰ ਫਿਰ ਉਹ ਵੀਜ਼ੇ ਉਹਨਾਂ ਨੂੰ ਲਗਾਤਾਰ ਜਿਹੜੇ ਭੇਜ ਰਹੇ ਨੇ ਵੀ ਇੱਥੇ ਆ ਜਾਓ, ਇੱਥੇ ਆ ਜਾਓ। ਕੁਛ ਬੱਚੇ ਚੰਗੇ ਬੱਚਿਆਂ ਦੇ ਵਿਹਾਰ ਕਰਕੇ ਮਜਬੂਰੀ ਬਸ ਪਿਆਰ ਜਿਹੜਾ ਪਰਿਵਾਰਕ ਪਿਆਰ ਹੈ ਉਹਨਾਂ ਵਿੱਚ ਪੱਕੇ ਹੋ ਗਏ। ਪਰ ਬਹੁਤੇ ਪੁੱਤਾਂ ਨੂੰ ਜਿਹੜੇ ਆ ਨੂੰਹਾਂ ਦੇ ਵਤੀਰੇ ਆ, ਇਕੱਲੇਪਨ, ਚੰਗੀ ਦੇਖ ਰੇਖ ਨਾ ਹੋਣ ਕਰਕੇ ਉਹਨਾਂ ਦੇ ਵਿਦੇਸ਼ ਵਿੱਚ ਰਹਿਣ ਨੂੰ ਪ੍ਰੈਫਰੈਂਸ ਨਹੀਂ ਦਿੱਤੀ। ਬਹੁਤੇ ਬੰਦੇ ਜਿਹੜੇ ਆ ਉਹ ਮਾਂ ਪਿਓ ਜਿਹੜੇ ਵਾਪਸ ਆਉਣ ਲੱਗ ਪਏ ਨੇ। ਕੁਝ ਪਰਿਵਾਰ ਦੇ ਮੋਹ ਕਾਰਨ ਵਾਰ-ਵਾਰ ਜਾਂਦੇ ਆ ਵਿਦੇਸ਼ਾਂ ਨੂੰ ਤੇ ਬੱਚਿਆਂ ਨੂੰ ਮਿਲ ਆਉਂਦੇ ਆ। ਪਰ ਉੱਥੇ ਜਿਹੜੇ ਬੱਚੇ ਆ
ਉਹਨਾਂ ਦੇ ਕਿਸ਼ਤਾਂ ਦਾ ਬੋਝ ਇੰਨਾ ਹੁੰਦਾ, ਘਰ ਦੀ ਕਿਸ਼ਤ, ਕਾਰ ਦੀ ਕਿਸ਼ਤ, ਉਹਨਾਂ ਦੀ ਮਜਬੂਰੀ ਇੰਨੀ ਬਣ ਗਈ ਹੈ ਕਿ ਮਸ਼ੀਨਾਂ ਵਾਂਗੂ ਉਹ ਕੰਮ ਕਰਦੇ ਆ। ਤੇ ਜਦੋਂ ਮਸ਼ੀਨਾਂ ਵਾਂਗੂ ਕੰਮ ਕਰਦੇ ਆ ਤੇ ਮਾਂ ਪਿਓ ਦਾ ਇਕੱਲਾ ਪੜਨਾ ਜਿਹੜਾ ਉਹ ਬਹੁਤ ਹੀ ਸੁਭਾਵਿਕ ਹੋ ਜਾਂਦਾ ਹੈ। ਔਰ ਵਿਆਹ ਤੋਂ ਪਹਿਲਾਂ ਤਾਂ ਬੱਚਿਆਂ ਦਾ ਰੁਝਾਨ ਮਾਂ-ਬਾਪ ਵੱਲ ਰਹਿੰਦਾ, ਪਰ ਜਦੋਂ ਵਿਆਹ ਤੋਂ ਬਾਅਦ ਉਹ ਆਪਣੇ ਪਿਆਰ ਵਿੱਚ, ਆਪਣੇ ਜਿਹੜਾ ਪਰਿਵਾਰ ਹੈ ਉਹਦੇ 'ਚ ਵਿਅਸਤ ਹੋ ਜਾਂਦੇ ਆ ਤੇ ਮਾਂ-ਬਾਪ ਦਾ ਧਿਆਨ ਉਹਨਾਂ ਨੂੰ ਕਦੇ ਹੀ ਆਉਂਦਾ। ਹਾਂ, ਬੜੇ ਲੋਕ, ਕੋਈ ਖਤਮ ਹੀ ਨਹੀਂ ਹੋਇਆ, ਬਹੁਤ ਪੁੱਤ ਨੇ, ਮਾਂ ਪੁੱਤ ਜਿਹੜੇ ਉਹ ਮਾਂ ਪਿਓ ਦਾ ਧਿਆਨ ਰੱਖਦੇ ਨੇ। ਪਰ ਜਿਹੜੀ ਗੱਲ ਤੁਸੀਂ ਸਵਾਲ ਹੁਣ ਮੈਨੂੰ ਕੀਤਾ ਕਿ ਪੋਤਰੇ ਪੋਤਰੀਆਂ ਦੇ ਨਾਂ ਤੇ ਕੋਈ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਸੰਦੀਪ ਜੀ, ਮੇਰੇ ਮੁਤਾਬਕ ਬਜ਼ੁਰਗਾਂ ਨੂੰ ਬੱਚਿਆਂ ਤੇ ਪੋਤਰੇ ਦੋਤਰਿਆਂ ਦਾ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪਣਾ ਰਾਹ ਸਮੇਂ ਨਾਲ ਆਪ ਲੱਭ ਲੈਂਦੇ ਆ। ਖਾਣ ਪੀਣ ਨੂੰ ਤਾਂ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪ੍ਰਮਾਤਮਾ ਦੇ ਦਿੰਦਾ, ਤੇ ਉਹਦੀ ਬਹੁਤੀ ਕੋਈ ਫਿਕਰ ਨਹੀਂ। ਬਜ਼ੁਰਗਾਂ ਨੂੰ ਆਪਣੀ ਪੂੰਜੀ ਨੂੰ ਸਾਂਭ ਕੇ ਰੱਖਣਾ ਚਾਹੀਦਾ। ਕਿਸੇ ਬੁਢਾਪੇ ਵਿੱਚ, ਕਿਸੇ ਬਿਮਾਰੀ ਦੀ ਸੂਰਤ ਹੋਣ ਵਿੱਚ ਧਨ ਦੀ ਜ਼ਰੂਰਤ ਪੈ ਸਕਦੀ ਹੈ। ਜੇ ਬਜ਼ੁਰਗਾਂ ਪਾਸ ਜੋ ਜਮਾ ਪੂੰਜੀ ਹੋਏਗੀ ਤੇ ਕਿਸੇ ਦੇ ਮੂੰਹ ਵੱਲ ਉਹਨੂੰ ਨਹੀਂ ਵੇਖਣਾ ਪਏਗਾ। ਵੈਸੇ ਵੀ ਮਰਨ ਉਪਰੰਤ ਸਭ ਕੁਝ ਬੱਚਿਆਂ ਦਾ ਹੀ ਹੈ, ਇਸ ਲਈ ਕਿਸੇ, ਮੇਰੇ ਮੁਤਾਬਕ, ਕਿਸੇ ਮੋਹ ਵਿੱਚ ਜਾਂ ਲਾਲਚ ਵਿੱਚ ਆ ਕੇ ਜਾਇਦਾਦ ਉਹਨਾਂ ਦੇ ਨਾਮ ਨਹੀਂ ਕਰਨੀ ਚਾਹੀਦੀ। ਸਗੋਂ ਵਸੀਅਤ ਕਰ ਦਿਓ, ਵਸੀਅਤ ਰਜਿਸਟਰ ਕਰਵਾ ਲਓ। ਮੇਰੇ ਖਿਆਲ ਨਾਲ ਬਜ਼ੁਰਗਾਂ ਨੂੰ ਆਪਣਾ ਮੈਡੀਕਲ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ। ਘਰ ਵਿੱਚ ਇੱਕ ਦੂਸਰੇ ਦੇ ਸਰੀਰਕ ਬਲ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਮੇਰਾ ਸਮਾਜ ਨੂੰ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਾ ਪਵੇਗਾ। ਸਮਾਜ ਨੂੰ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ, ਬਜ਼ੁਰਗਾਂ ਨੂੰ ਸਨਮਾਨ ਦੇਣਾ ਚਾਹੀਦਾ, ਦੇਖਭਾਲ ਤੇ ਮਿਲਵਰਤਨ ਕਰਨੀ ਚਾਹੀਦੀ ਹੈ। ਬੱਸ, ਰੇਲ, ਗੱਡੀਆਂ ਆਦਿ ਬਜ਼ੁਰਗਾਂ ਨੂੰ ਸੀਟ ਛੱਡਣ, ਸੜਕ ਪਾਰ ਕਰਾਉਣ ਵੇਲੇ ਭਾਰੀ ਚੀਜ਼ ਚੁੱਕਣ ਵਿੱਚ ਮਦਦ ਕਰਨ, ਲਿਫਟ ਵਿੱਚ ਥਾਂ ਦੇਣ, ਵਿੱਤ ਅਨੁਸਾਰ ਇਲਾਜ ਕਰਵਾਉਣ ਤੇ ਲੋੜਵੰਦਾਂ ਦੀ ਮਾਇਕ ਮਦਦ ਕਰਨ, ਤੇ ਇਹ ਬੁਢਾਪੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਮਦਦ ਮਿਲਦੀ। ਤੁਸੀਂ ਬਿਲਕੁਲ ਸਹੀ ਕਿਹਾ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ 1 ਮਿੰਟ ਹੈ ਸਾਡੇ ਕੋਲ ਇਸ ਵਕਤ, ਪਰ ਗੱਲਾਂ ਬਹੁਤ ਸਾਰੀਆਂ ਨੇ। ਤੁਹਾਡੀ ਗੱਲ ਸੁਣ ਕੇ ਬਹੁਤ ਸਾਰੇ ਸਵਾਲ ਇਸ ਵਕਤ ਸਾਡੇ ਸਰੋਤਿਆਂ ਦੇ ਮਨਾਂ ਦੇ ਵਿੱਚ ਵੀ ਹੋਣਗੇ। ਮੇਰੇ ਮਨ ਦੇ ਵਿੱਚ ਇਹ ਆ ਰਿਹਾ ਕਿ ਵੀ ਜਿਹੜੇ ਸਾਡੇ ਬਜ਼ੁਰਗ ਨੇ, ਕਈ ਵਾਰੀ ਵਾਕਈ ਇੱਕ ਟਾਈਮ ਇੱਦਾਂ ਦਾ ਆ ਜਾਂਦਾ ਹੈ ਕਿ ਪੁੱਤਰਾਂ ਦੇ ਵੱਲ ਜਾਂ ਬੱਚਿਆਂ ਦੇ ਵੱਲ ਵੇਖਣਾ ਪੈਂਦਾ ਕਿ ਸਾਨੂੰ ਕੋਈ ਦਊਗਾ ਤੇ ਅਸੀਂ ਕੋਈ ਚੀਜ਼ ਲੈ ਕੇ ਆਵਾਂਗੇ ਜਾਂ ਕੁਛ ਉਹਨਾਂ ਦੇ ਲਈ ਹੀ ਲਵਾਂਗੇ, ਪਰ ਆਪਣੇ ਲਈ ਕੁਛ ਨਹੀਂ ਰੱਖਦੇ ਗੇ। ਸੋ ਇਹ ਚੀਜ਼ਾਂ, ਇਹ ਵਰਤਾਰੇ ਆਮ ਹੀ ਵੇਖਣ ਨੂੰ ਮਿਲੇ ਨੇ। ਸੋ ਬਜ਼ੁਰਗਾਂ ਨੂੰ ਜਿਹੜਾ ਮਨੀ ਮੈਨੇਜਮੈਂਟ ਹੈ, ਇਹ ਮੈਂ ਕਹੂੰਗੀ, ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਕਿਸ ਏਜ ਤੋਂ ਸ਼ੁਰੂ ਕਰ ਦੇਣਾ ਚਾਹੀਦਾ? ਆਪਣੇ ਲਈ ਸੇਵਿੰਗ ਕਰੋ ਜਾਂ ਆਪਣੇ ਲਈ ਕੁਛ ਨਾ ਕੁਛ ਜ਼ਰੂਰ ਰੱਖੋ, ਤਾਂ ਜੋ ਇੱਕ ਟਾਈਮ ਤੇ ਆ ਕੇ ਤੁਹਾਡੇ ਲਈ ਤੁਹਾਡੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਸਕਣ, ਤੁਹਾਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਜੀ, ਮੈਂ ਸੰਦੀਪ ਜੀ ਇਹ ਸਮਝਦਾ ਕਿ 55 ਸਾਲ ਦੀ ਉਮਰ ਤੱਕ ਤੁਸੀਂ ਜੋ ਬੱਚਿਆਂ ਦਾ, ਉਹਨਾਂ ਦਾ ਤੁਸੀਂ ਬਚਪਨ ਦੇਖਦੇ ਹੋ, ਜਵਾਨੀ ਦੇਖਦੇ ਹੋ, ਵਿਆਹੁੰਦੇ ਹੋ, ਉਹ ਕਈਆਂ ਦੇ ਘਰ ਪੋਤਰੇ ਦੋਤਰੇ ਵੀ ਆ ਜਾਂਦੇ ਆ। 55 ਸਾਲ ਤੋਂ ਬਾਅਦ ਬਜ਼ੁਰਗਾਂ ਨੂੰ ਆਪਣੇ ਲਈ ਜੋੜ ਲੈਣਾ ਚਾਹੀਦਾ, ਆਪਣੇ ਫਿਊਚਰ ਲਈ ਜੋੜ ਲੈਣਾ ਚਾਹੀਦਾ। ਇੱਥੇ ਤਾਂ ਇੰਡੀਆ ਵਿੱਚ ਤਾਂ ਬੇਘਰੇ ਬਜ਼ੁਰਗ ਬਹੁਤ ਨੇ। ਇੱਕ ਸਟੱਡੀ ਹੋਈ ਹੈ, ਉਹਦੇ ਵਿੱਚ 1 ਕਰੋੜ 80 ਲੱਖ ਬਜ਼ੁਰਗ ਬੇਘਰੇ ਨੇ। ਉਹਨਾਂ ਲਈ ਬਿਰਧ ਘਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਭਾਰਤ ਵਿੱਚ ਸਿਰਫ ਜੀ ਸਰ, ਇਹਦੇ ਉੱਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਬਿਰਧ ਆਸ਼ਰਮਾਂ ਦੇ ਬਾਰੇ। ਤੇ ਇਸ ਵਕਤ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਹੈ ਤੇ ਮੈਂ ਚਾਹਾਂਗੀ ਸਾਡੇ ਸਰੋਤੇ ਇੱਦਾਂ ਹੀ ਸਾਡੇ ਨਾਲ ਜੁੜੇ ਰਹਿਣ, ਕਿਉਂਕਿ ਗੱਲਬਾਤ ਦਾ ਸਿਲਸਿਲਾ ਹਜੇ ਚੱਲਦਾ ਰਹੇਗਾ ਤੇ ਅੱਗੇ ਵੀ ਬਹੁਤ ਵਧੀਆ ਗੱਲਬਾਤ ਹੋਣੀ ਆ ਤੇ ਤੁਸੀਂ ਵੀ ਸਾਡੇ ਨਾਲ ਜੁੜ ਸਕੋਗੇ। ਬਸ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਫਿਰ ਮੁੜ ਹਾਜ਼ਰ ਹੁੰਨੇ ਆ ਜੀ। ਹਾਂਜੀ, ਸੋ ਰੇਡੀਓ ਮਿਰਚੀ 1310 ਔਰ ਰੇਡੀਓ ਪੰਜਾਬ ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਗੁੱਡ ਮਾਰਨਿੰਗ ਪੰਜਾਬੀਓ, ਤੇ ਮੈਂ ਹਾਂ ਸੰਦੀਪ ਕੌਰ ਤੁਹਾਡੇ ਸਾਰਿਆਂ ਦੇ ਨਾਲ। ਤੇ ਬਿਲਕੁਲ ਜੀ, ਪ੍ਰੋਗਰਾਮ 'ਚ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਅੱਜ ਦੇ ਖਾਸ ਮਹਿਮਾਨ ਸਰਦਾਰ ਭੁਪਿੰਦਰ ਸਿੰਘ ਵਾਲੀਆ ਜੀ। ਸੋ ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਖਾਸ ਤੌਰ ਤੇ ਬਜ਼ੁਰਗਾਂ ਦੇ ਸੰਬੰਧ ਦੇ ਵਿੱਚ। ਸੋ ਉਹਨਾਂ ਦੀ ਜਿਹੜੀ ਹਾਲਾਤ ਨੇ ਜਾਂ ਉਹਨਾਂ ਦੀ ਸਥਿਤੀ ਹੈ, ਜਾਂ ਉਹਨਾਂ ਨੂੰ ਅਜਿਹੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਢਲਦੀ ਉਮਰ ਦੇ ਵਿੱਚ ਧਿਆਨ ਰੱਖਣਾ ਜ਼ਰੂਰੀ ਚਾਹੀਦਾ ਹੈ। ਸੋ ਅਸੀਂ ਇੱਕ ਵਾਰ ਫਿਰ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਭੁਪਿੰਦਰ ਸਰ, ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਥੈਂਕ ਯੂ ਸਰ, ਥੈਂਕ ਯੂ। ਓਕੇ, ਸੋ ਅਸੀਂ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਸੰਬੰਧ ਵਿੱਚ। ਸੋ ਖਾਸ ਤੌਰ ਦੇ ਉੱਤੇ ਬਹੁਤ ਸਾਰੇ ਇੱਦਾਂ ਦੇ ਬਿਰਧ ਆਸ਼ਰਮ ਨੇ ਜਿਹੜੇ ਕਿ ਬਹੁਤ ਥਾਵਾਂ ਦੇ ਉੱਤੇ ਖੁੱਲ੍ਹੇ ਹੋਏ ਨੇ, ਚਾਹੇ ਅਸੀਂ ਵਿਦੇਸ਼ਾਂ ਦੀ ਗੱਲ ਕਰ ਲਈਏ ਜਾਂ ਸਾਡੇ ਭਾਰਤ ਦੇਸ਼ ਦੀ ਗੱਲ ਕਰ ਲਈਏ, ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ। ਤੁਸੀਂ ਆਪਣੇ ਲੇਖ ਦੇ ਵਿੱਚ ਇੱਕ ਥਾਈਂ ਆਖਦੇ ਹੋ ਕਿ ਰਿਟਾਇਰਮੈਂਟ ਘਰ ਵੀ ਹੋਣੇ ਬੜੇ ਜ਼ਰੂਰੀ ਚਾਹੀਦੇ ਨੇ। ਸੋ ਇਹਦੇ ਤੋਂ ਕੀ ਭਾਵ ਹੈ? ਸੰਦੀਪ ਕੌਰ ਜੀ, ਇਸ ਤਰ੍ਹਾਂ ਹੈ ਕਿ ਬਜ਼ੁਰਗ ਜਿਹੜੇ ਆ ਇੰਡੀਆ ਦੇ ਵਿੱਚ ਬੇਘਰੇ ਵੀ ਬਹੁਤ ਨੇ। ਹਾਂਜੀ।
ਔਰ ਕਈਆਂ ਦਾ ਘਰਾਂ 'ਚ ਬਜ਼ੁਰਗਾਂ ਪ੍ਰਤੀ ਇੰਨਾ ਵਤੀਰਾ, ਖਾਸ ਕਰਕੇ ਕੁਛ ਜਿਹਨੂੰ ਆਪਾਂ ਅੱਜ ਕੱਲ ਜਾਂ ਆਪਾਂ ਨੂੰਹਾਂ ਦੇ ਨਾਲ ਕਹਿੰਦੇ ਆ ਜਾਂ ਕਿਸੇ ਨਾਲ ਜਿਹਦੇ ਕੋਲ ਉਹ ਰਹਿੰਦੇ ਆ, ਉਹਨਾਂ ਦਾ ਵਤੀਰਾ ਇੰਨਾ ਕੁ ਭੈੜਾ ਬਜ਼ੁਰਗਾਂ ਪ੍ਰਤੀ ਹੋ ਜਾਂਦਾ ਹੈ। ਖਾਸ ਕਰਕੇ ਜਦੋਂ ਬਜ਼ੁਰਗ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਇੰਨਾ ਕੁ ਭੈੜਾ ਕਿ ਉਹ ਘਰਾਂ 'ਚ ਰਹਿਣਾ ਉਹਨਾਂ ਦਾ ਬਹੁਤ ਮੁਸ਼ਕਲ ਹੋ ਜਾਂਦਾ। ਭਾਵੇਂ ਕਿ ਉਹਨਾਂ ਨੂੰ ਆਮਦਨ ਆ ਰਹੀ ਹੈ, ਪੈਨਸ਼ਨ ਉਹਨਾਂ ਕੋਲ ਹੈ, ਸਭ ਕੁਝ ਉਹਨਾਂ ਕੋਲ ਹੈ, ਪਰ ਨਾ ਉਹਨਾਂ ਨੂੰ ਵੇਲੇ ਸਿਰ ਦਵਾਈ, ਨਾ ਵੇਲੇ ਸਿਰ ਰੋਟੀ, ਨਾ ਹਰ ਵੇਲੇ ਮੱਥੇ ਤੇ ਤਿਊੜੀਆਂ। ਉਹ ਬੜਾ ਹੀ ਬਜ਼ੁਰਗਾਂ ਲਈ ਇਹੋ ਜਿਹਾ ਡਰਾਉਣਾ ਸੀਨ ਬਣ ਜਾਂਦਾ ਕਿ ਉਹ ਪ੍ਰੈਫਰ ਕਰਦੇ ਆ ਵੀ ਰਿਟਾਇਰਮੈਂਟ ਹੋਮ 'ਚ ਹੀ ਚਲਿਆ ਜਾਵੇ। ਜਿਹੜੇ ਬੇਘਰੇ ਹੈ ਇਹਦੇ ਲਈ ਡਾਟਾ ਬੜਾ ਦਿਲ ਕੰਬਾਊ ਹੈ ਕਿ 1,80,00,000 ਬੇਘਰੇ ਹੀ ਨੇ, ਔਰ ਜਿਹੜੇ ਬਿਰਧ ਘਰ ਹੈ ਸਿਰਫ ਭਾਰਤ ਵਿੱਚ 728 ਨੇ ਜੀ, ਜਦੋਂ ਕਿ ਫੋਰਨ ਕੰਟਰੀਆਂ 'ਚ ਬਹੁਤ ਬਿਰਧ ਘਰ ਨੇ, ਉਹਨਾਂ ਦੀ ਲੋੜ ਮੁਤਾਬਕ ਨਹੀਂ, ਪਰ ਇੱਥੇ ਸਿਰਫ 728 ਨੇ। ਇੱਕ ਸਕੀਮ ਹੈ ਭਾਰਤ ਸਰਕਾਰ ਦੀ, ਇੰਟੈਗਰੇਟ ਪ੍ਰੋਗਰਾਮ ਫॉर ਸਿਟੀਜ਼ਨ, ਉਹਦੇ ਤਹਿਤ 552 ਬਿਰਧ ਘਰ ਨੇ ਜਿੱਥੇ ਗਵਰਨਮੈਂਟ ਥੋੜੀ ਜਿਹੀ ਏਡ ਥਰੂ NGO ਦਿੰਦੀ ਹੈ। ਪਰ ਇਹ ਬੜੀ ਹੈਗੀ ਹੈ ਗੱਲ ਕਿ ਜਿਹੜਾ ਪੰਜਾਬ ਹੈ ਉਹਦੇ 'ਚ ਸਿਰਫ 3 ਬਿਰਧ ਘਰ ਨੇ, ਭਾਵੇਂ ਇਹ 'ਚ 15-16 ਬਿਰਧ ਘਰ ਪ੍ਰਾਈਵੇਟ ਖੇਤਰ ਵਿੱਚ ਹੈਗੇ ਨੇ, ਪਰ ਇੱਥੇ ਬਹੁਤ ਘਾਟ ਹੈ ਬਿਰਧ ਘਰਾਂ ਤੇ ਰਿਟਾਇਰਮੈਂਟ ਘਰਾਂ ਦੀ। ਔਰ ਹੁਣੇ ਜਿਹੜੀ ਨਵੀਂ ਸਰਕਾਰ ਬਣੀ ਹੈ ਪੰਜਾਬ ਵਿੱਚ, ਉਹਨਾਂ ਦੇ ਸਮਾਜਿਕ ਜਿਹੜੇ ਮੰਤਰੀ ਨੇ, ਸੁਰੱਖਿਆ ਮੰਤਰੀ, ਉਹਨਾਂ ਨੇ 10 ਬਿਰਧ ਘਰ ਬਣਾਉਣ ਦਾ ਐਲਾਨ ਕੀਤਾ। NGO ਨੂੰ ਕਿਹਾ ਸਾਡੇ ਕੋਲ ਗ੍ਰਾਂਟ ਲਓ ਤੇ ਬਣਾਓ। ਪਰ ਜਿਹੜੀ ਬਜ਼ੁਰਗਾਂ ਦੀ ਦੇਖਭਾਲ ਲਈ ਜਿਹੜੇ ਹੈ ਉਹ ਜਿਹੜੇ ਘਰਾਂ ਨੂੰ ਜਿਨ੍ਹਾਂ ਕੋਲ ਆਮਦਨ ਦਾ ਜ਼ਰੀਆ ਹੈ, ਜਿਹੜੇ ਪੈਨਸ਼ਨ ਲੈਂਦੇ ਆ, ਜਿਹੜੇ ਸਭ ਕੁਝ ਕਰ ਲੈਂਦੇ ਆ, ਉਹਨਾਂ ਲਈ ਰਿਟਾਇਰਮੈਂਟ ਹੋਮ ਜਿੱਥੇ ਕੋ ਆਪਣੀ ਪੈਨਸ਼ਨ ਦਾ, ਇੱਥੇ ਮੈਂ ਇੱਕ ਵੇਖ ਕੇ ਆਇਆ ਲੇਖ ਲਿਖਣ ਤੋਂ ਪਹਿਲਾਂ ਲੁਧਿਆਣੇ 'ਚ ਹੈ ਰਿਟਾਇਰਮੈਂਟ ਹੋਮ, ਉੱਥੇ 15 ਤੋਂ 20 ਹਜ਼ਾਰ ਰੁਪਇਆ ਪਰ ਲੈਂਦੇ ਆ। ਹਰ ਖਾਣਾ, ਹਰ ਤਰ੍ਹਾਂ ਦੀ ਸਹੂਲਤ, ਐਕਸਰਸਾਈਜ਼, ਐਂਟਰਟੇਨਮੈਂਟ, ਯੋਗਾ ਕੈਂਪ, ਇੱਕ ਬੈਲ ਦੇ ਉੱਤੇ ਉਹਨਾਂ ਦਾ ਅਟੈਂਡੈਂਟ ਜਾਂ ਉਹਨਾਂ ਦਾ ਡਾਕਟਰ ਦੀ ਲੋੜ ਹੈ ਤੇ ਡਾਕਟਰ ਹੈ, ਔਰ ਬਜ਼ੁਰਗ ਉੱਥੇ ਬਹੁਤ ਖੁਸ਼ ਨੇ। ਔਰ ਉਹਨਾਂ ਨੂੰ ਇੱਕੋ ਹੀ ਚਿੰਤਾ ਆਪਣੇ ਬੱਚਿਆਂ ਦੀ ਸਤਾਉਂਦੀ ਹੈ ਵੀ ਕੋਈ ਮਿਲਣ ਨਹੀਂ ਆਉਂਦਾ, ਜੇ ਕੋਈ ਮਿਲਣ ਆਉਂਦਾ ਤੇ ਟੈਂਪਰੇਰੀ ਆਪਣਾ ਨਾਤਾ ਪੂਰਾ ਕਰਨ ਆਉਂਦਾ ਵੀ ਮੈਂ ਤੁਹਾਡਾ ਹੈਗਾ, ਪਰ ਫਿਕਰ ਕੋਈ ਨਹੀਂ ਬਜ਼ੁਰਗਾਂ ਦੀ। ਇਸ ਲਈ ਰਿਟਾਇਰਮੈਂਟ ਹੋਮ ਜਿਹੜੇ ਹੋਣੇ ਆ ਉਹ ਬਹੁਤ ਜ਼ਰੂਰੀ ਹੈ। ਔਰ ਮੈਂ ਤਾਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਘਾਟੇ ਮੰਦ ਦਾ ਸੌਦਾ ਨਹੀਂ ਹੈਗਾ। ਜੇ ਪੰਜਾਬ ਵਿੱਚ ਤੁਸੀਂ ਰਿਟਾਇਰਮੈਂਟ ਹੋਮਸ ਖੋਲ ਸਕੋ ਔਨ ਪੇਮੈਂਟ ਬੇਸਿਸ, ਜੇ ਤੁਸੀਂ ਨਵੇਂ ਘਰ ਬਣਾ ਸਕੋ ਤਾਂ ਇਹ ਪੰਜਾਬ ਲਈ ਬੜੀ ਵੱਡੀ ਉਹਨਾਂ ਦੀ ਦੇਣ ਹੋਏਗੀ, ਔਰ ਉਹਨਾਂ ਦਾ ਨਾਮ ਹੀ ਇੱਥੇ ਚੱਲੇਗਾ ਵੀ ਉਹਨਾਂ ਨੇ ਇਹ ਵੱਡਾ ਕੰਮ ਕੀਤਾ। ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ। ਸਾਡੇ ਬਹੁਤ ਸਾਰੇ ਲਿਸਨਰਸ ਨੇ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ। ਇੱਕ ਲਿਸਨਰ ਪਾਲ ਸ਼ਰਮਾ ਜੀ ਨੇ ਨਿਊਯਾਰਕ ਤੋਂ, ਉਹਨਾਂ ਦਾ ਹੁਣੇ ਮੈਸੇਜ ਆਇਆ। ਉਹਨਾਂ ਦਾ ਇੱਕ ਸਵਾਲ ਹੈ ਤੁਹਾਡੇ ਲਈ। ਕਹਿੰਦੇ ਕਿ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ, ਸੋ ਇਹ ਵੀ ਸਾਨੂੰ ਕਹਿੰਦੇ ਜ਼ਰੂਰ ਦੱਸੋ। ਦੇਖੋ ਜੀ, ਜਿਹੜਾ ਬੱਚਿਆਂ ਦਾ ਜਿਹੜਾ ਵਿਵਹਾਰ ਬੱਚਿਆਂ ਨਾਲ ਹੈ ਉਹ ਬੜਾ ਹੀ ਸੌਫਟ ਹੋਣਾ ਚਾਹੀਦਾ। ਦੇਖੋ, ਜਿਹੜਾ ਬੱਚਾ ਹੁੰਦਾ ਉਹ ਇੱਕ ਅਬੋਧ ਹੁੰਦਾ, ਉਹਦੀ ਆਪਾਂ ਗਾਲੀ ਗਲੋਚ, ਉਹਦੇ ਮਾੜੇ ਸ਼ਬਦ, ਉਹਦੀਆਂ ਤਿੱਖੀਆਂ ਗੱਲਾਂ, ਉਹਦਾ ਹੱਥੀ ਪੈਣਾ ਆਪਾਂ ਸਭ ਕੁਝ ਇਗਨੋਰ ਕਰ ਦਿੰਦੇ ਔਰ ਕਹਿੰਦੇ ਆ ਵੀ ਬੱਚਾ ਹੈ। ਤੇ ਬੱਚੇ ਦੇ ਬਜ਼ੁਰਗ 'ਚ ਕੋਈ ਫਰਕ ਨਹੀਂ ਹੈ। ਇਸੇ ਤਰ੍ਹਾਂ ਜੇ ਆਪਾਂ ਬੱਚੇ ਦੀਆਂ ਗਾਲੀ ਗਲੋਚ ਨੂੰ ਇਗਨੋਰ ਕਰਦੇ ਆ ਤੇ ਮੈਂ ਚਾਹੁੰਦਾ ਵੀ ਬਜ਼ੁਰਗਾਂ ਦੇ ਵੀ ਜਿਹੜੇ ਏਦਾਂ ਦੇ ਕੋਈ ਤਿੱਖੇ ਲਫ਼ਜ਼ ਹੈ ਬੱਚਿਆਂ ਨੂੰ ਉਹ ਛੱਡ ਦੇਣੇ ਚਾਹੀਦੇ ਆ, ਔਰ ਬੱਚਿਆਂ ਨੂੰ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ। ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਸਾਰੀ ਉਮਰ ਇਹਨਾਂ ਨੇ ਜਿਹੜੀ ਉਹ ਲਾ ਦਿੱਤੀ ਹੈ ਸਾਡੇ ਤੇ ਅਸੀਂ ਇਹਨਾਂ ਦਾ ਧਿਆਨ ਰੱਖਣਾ ਆਪਣੀ ਡਿਊਟੀ ਸਮਝੇ। ਮੈਂ ਤਾਂ ਇਹ ਸਮਝਦਾ ਵੀ ਜਿਹੜੇ ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ, ਉਹਨਾਂ ਨਾਲੋਂ ਬਿਹਤਰ ਹੈ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਲਓ, ਉਹਦੇ ਨਾਲ ਜ਼ਿਆਦਾ ਪੁੰਨ ਲੱਗੇਗਾ। ਤੇ ਜਿਹੜੇ ਬਜ਼ੁਰਗ ਹੈ ਇਹ ਆਪਣਾ ਪੂਰਾ ਵਿਵਹਾਰ ਚੱਕਣ, ਆਪਣਾ ਜਿਹੜਾ ਵਿਵਹਾਰ 'ਚ ਤਬਦੀਲੀ ਲਿਆਉਣ, ਕਿਉਂਕਿ ਬਜ਼ੁਰਗ ਜਿਹੜੇ ਨੇ ਜੇ ਤਬਦੀਲੀ ਨਾ ਲਿਆਣਗੇ, ਜੋ ਜਵਾਨੀ ਵੇਲੇ ਦਾ ਸੁਭਾਅ ਰੱਖਣਗੇ ਤਾਂ ਉਹ ਸੁਭਾਅ ਹੁਣ ਚੱਲਣਾ ਨਹੀਂ। ਚੀਜ਼ਾਂ ਨੂੰ ਇਗਨੋਰ ਕਰਨਾ ਪਏਗਾ, ਚੀਜ਼ਾਂ ਨੂੰ ਕਈ ਗੱਲਾਂ ਤੁਹਾਡੇ ਖਿਲਾਫ ਜਾ ਰਹੀਆਂ ਸੁਣੀਆਂ ਕਰਨੀਆਂ ਪੈਣਗੀਆਂ। ਬੱਚਿਆਂ ਨੂੰ ਤੁਸੀਂ ਪਿਆਰ ਕਰਨਾ ਪਏਗਾ। ਜਿੰਨਾ ਤੁਹਾਡਾ ਸਰੀਰਕ ਬਲ ਹੈ, ਜਿੰਨਾ ਵੀ ਤੁਹਾਡੇ 'ਚ ਸਰੀਰਕ ਬਲ ਆ, ਉਸ ਬਲ ਅਨੁਸਾਰ ਘਰ 'ਚ ਮਦਦ ਕਰਾਓ। ਔਰ ਜਿਹੜੀ ਘਰ 'ਚ ਮਦਦ ਕਰਾ ਰਹੇ ਹੋ, ਜੇ ਬੱਚਿਆਂ ਨੂੰ, ਫੋਰਨ ਰਹਿੰਦੇ ਬੱਚਿਆਂ ਨੂੰ ਤੁਹਾਡੀ ਲੋੜ ਹੈ ਕਿ ਉਹਨਾਂ ਦਾ ਸਕੂਲ ਤੁਸੀਂ ਬੱਚਾ ਛੱਡੋ ਕਿਉਂਕਿ ਬੜੀਆਂ ਮਹਿੰਗਾ ਹੈ। ਮੈਂ ਜਿਵੇਂ ਦੱਸਿਆ ਕਿ ਬਾਹਰ ਜਿਹੜੇ ਥਰਡ ਪਾਰਟੀ ਸਰਵਿਸਿਜ਼ ਨੇ ਬਹੁਤ ਮਹਿੰਗੀਆਂ ਨੇ। ਜੇ ਲਾਗੇ ਸਕੂਲ ਹੈ, ਕਲੋਨੀ 'ਚ ਸਕੂਲ 'ਚ ਤੁਸੀਂ ਬਜ਼ੁਰਗ ਮਾਤਾ ਪਿਤਾ ਛੱਡ ਆਉਣ ਤੇ ਲੈ ਆਉਣ ਤੇ ਉਹਦੇ ਨਾਲ ਜਿਹੜੇ ਆ ਬੱਚਾ
ਨੂੰ ਵੀ ਖੁਸ਼ੀ ਹੁੰਦੀ ਹੈ, ਬੱਚਿਆਂ ਦੀ ਦੇਖਭਾਲ ਵੀ ਵਧੀਆ ਹੋ ਜਾਂਦੀ, ਪੋਤਰੇ ਦੋਤਰਿਆਂ ਦੀ, ਔਰ ਮਾਪਿਓ ਦਾ ਵੀ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਵੀ ਦਿਲ ਜਿਹੜਾ ਉਹ ਲੱਗਿਆ ਰਹਿੰਦਾ। ਬਿਲਕੁਲ, ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ। ਸੋ ਜਿਹੜੀਆਂ ਤਬਦੀਲੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਜੇਕਰ ਅਸੀਂ ਕਰਦੇ ਹਾਂ ਆਪਣੇ ਸੁਭਾਅ ਦੇ ਵਿੱਚ, ਕਿਉਂਕਿ ਨਵਾਂ ਜ਼ਮਾਨਾ, ਨਵੇਂ ਲੋਕ, ਸਭ ਕੁਛ ਨਵਾਂਪਨ ਹੁੰਦਾ ਹੈ, ਪਰ ਉਸਨੂੰ ਅਪਣਾਉਣ 'ਚ ਟਾਈਮ ਜ਼ਰੂਰ ਲੱਗਦਾ ਹੈ ਜਨਰੇਸ਼ਨ ਗੈਪ ਦੇ ਕਰਕੇ। ਪਰ ਜਿਹੜੀ ਇਕੱਲਤਾ ਹੈ ਉਹ ਮਹਿਸੂਸ ਨਾ ਹੋਵੇ ਔਰ ਸਰੀਰਕ ਤੰਦਰੁਸਤੀ ਵੀ ਬਣੀ ਰਹੇ, ਤਾਂ ਇਹਦੇ ਲਈ ਕੁਛ ਟਿਪਸ ਜਿਹੜੇ ਨੇ ਤੁਸੀਂ ਹੋਰ ਸੁਝਾਅ ਦਿਓਗੇ ਜੀ? ਹਾਂ, ਬਿਲਕੁਲ ਦੇਵਾਂਗੇ ਜੀ। ਉਹਦੇ ਵਿੱਚ ਹੈਗਾ ਜੀ ਵੀ ਜਦੋਂ ਬੰਦਾ, ਸੰਦੀਪ ਕੌਰ ਜੀ, ਬਜ਼ੁਰਗ ਹੋ ਜਾਂਦਾ ਜਾਂ ਸੀਨੀਅਰ ਸਿਟੀਜ਼ਨ ਹੁੰਦਾ, ਉਸ ਅਵਸਥਾ 'ਚ ਉਹਨੂੰ ਆਸਰੇ ਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਜੀ। ਤੇ ਜੇ ਬੱਚੇ ਇਸ ਉਮਰ 'ਚ ਵਿਦੇਸ਼ਾਂ 'ਚ ਹੋਣ ਤੇ ਦੱਸੋ ਕੀ ਹਾਲ ਹੋਏਗਾ ਬਜ਼ੁਰਗ ਦਾ। ਇਹ ਇਕੱਲਤਾ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੈਂ ਕੁਝ ਤੰਦਰੁਸਤੀ ਬਜ਼ੁਰਗਾਂ ਦੇ ਲਈ ਕੁਝ ਸੁਝਾਅ ਦੇਣਾ ਚਾਹਾਂਗਾ, ਜਿਹੜੇ ਕਿ ਮੈਂ ਆਪਣੇ ਆਪ ਤੇ ਅਪਲਾਈ ਕਰਕੇ ਤੇ ਮੈਂ ਉਹ ਜਿਹੜੀ ਚਿੰਤਾ ਸੀ ਉਹਦੇ ਵਿੱਚੋਂ ਨਿਕਲਿਆ, ਔਰ ਕਾਫੀ ਹੱਦ ਤੱਕ ਮੈਂ ਆਪਣੀਆਂ ਬਿਮਾਰੀਆਂ ਤੇ ਵੀ ਕਾਬੂ ਪਾਇਆ ਜਿਹੜੀਆਂ ਹੋ ਜਾਂਦੀਆਂ ਨੇ ਵਡੇਰੀ ਉਮਰ ਕਰਕੇ। ਉਹ ਚਾਹੇ ਰੋਜ਼ਾਨਾ 30 ਤੋਂ 45 ਮਿੰਟ ਸੈਰ ਕਰਨਾ, ਇਹ ਬਹੁਤ ਜ਼ਰੂਰੀ ਹੈ। ਯੋਗਾ ਕਰਨਾ ਆਪਣੇ ਸਰੀਰ ਦੀ ਸ਼ਕਤੀ ਅਨੁਸਾਰ, ਆਪਣੇ ਪਤਨੀ ਜਾਂ ਪਰਿਵਾਰ ਨਾਲ ਬਹਿ ਕੇ ਭੋਜਨ ਕਰਨਾ, ਹੱਸਣਾ, ਗਹਿਰੀ ਨੀਂਦ ਲੈਣਾ। ਗਹਿਰੀ ਨੀਂਦ ਦਾ ਮੇਰਾ ਇਹ ਮਤਲਬ ਹੈ ਕਿ ਜਲਦੀ ਸੌਣਾ ਜੀ। ਕੋਈ ਲੰਬਾ ਸਮਾਂ ਰਾਤ 2-2 ਵਜੇ ਤੱਕ ਟੀਵੀ ਵੇਖਣ ਦਾ ਬਜ਼ੁਰਗਾਂ ਦੀ ਅਵਸਥਾ ਨਹੀਂ ਹੈਗੀ। ਉਹ ਆਪਣਾ ਜਦੋਂ ਜਲਦੀ ਖਾਣਾ ਖਾ ਕੇ 8-10 ਵਜੇ ਜਿੰਨਾ ਕਿ ਉਹਨਾਂ ਦਾ ਸਮਾਂ ਸੌ ਜਾਣ ਤੇ ਸਵੇਰੇ ਜਲਦੀ ਉੱਠਣ। ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਉਹ ਨਹੀਂ ਲੱਗਦੀਆਂ। ਸਭ ਤੋਂ ਵੱਧ ਹੈ ਦੋਸਤਾਂ ਨਾਲ ਸਮਾਂ ਬਿਤਾਉਣਾ। ਜੇ ਦੋਸਤ ਤੁਹਾਡੇ ਹੋਣਗੇ ਤੇ ਉਹਨਾਂ ਨਾਲ ਤੁਸੀਂ ਸਮਾਂ ਬਿਤਾ ਸਕੋਗੇ। ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਇੱਕ ਨੂੰ ਸੰਜੋਗ ਕਰੋ। ਸੰਗੀਤ ਸੁਣਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ, ਔਰ ਧਾਰਮਿਕ ਬਿਰਤੀ ਇਸ ਉਮਰ 'ਚ ਅਪਣਾਉਣੀ ਚਾਹੀਦੀ ਹੈ। ਕਈ ਬਜ਼ੁਰਗ ਛੱਡਦੇ ਨਹੀਂ ਜਵਾਨੀ ਵਾਲੀਆਂ ਗੱਲਾਂ, ਪਰ ਧਾਰਮਿਕ ਬਿਰਤੀ ਜਿੰਨੀ ਅਪਣਾਓਗੇ ਓਨੇ ਸੁਖੀ ਹੋ ਜਾਓਗੇ। ਇਹ ਸਾਰੀਆਂ ਚੀਜ਼ਾਂ ਬੁਢਾਪੇ ਲਈ ਇੱਕ ਮੈਡੀਸਨ, ਦਵਾਈ ਦੇ ਬਰਾਬਰ ਜੋ ਮੈਂ ਸਮਝਦਾ। ਔਰ ਸਭ ਤੋਂ ਜ਼ਰੂਰੀ ਗੱਲ ਸੰਦੀਪ ਕੌਰ ਜੀ ਇਹ ਹੈ ਕਿ ਇੱਕ ਦੋਸਤਾਂ ਦਾ ਟੋਲਾ ਬਹੁਤ ਜ਼ਰੂਰੀ ਹੈ ਜੀ। ਬਜ਼ੁਰਗੀ 'ਚ ਜੇ ਤੁਹਾਡਾ ਦੋਸਤਾਂ ਦਾ ਟੋਲਾ ਨਹੀਂ ਹੈਗਾ ਜਿਹੜਾ ਤੁਹਾਡਾ ਔਖੇ ਵੇਲੇ ਕੰਮ ਆ ਸਕਣ, ਤੇ ਸਮਝੋ ਬਹੁਤਾ ਕੁਛ ਆਪਾਂ ਜ਼ਿੰਦਗੀ 'ਚ ਨਹੀਂ ਕੱਟਿਆ। ਔਰ ਦੋਸਤਾਂ ਜਿਹੜੇ ਤੁਹਾਡੇ ਖਾਸ ਦੋਸਤ ਨੇ, ਉਹਨਾਂ ਪਹਾੜੀ ਇਲਾਕਿਆਂ ਜਾਣਾ, ਧਾਰਮਿਕ ਸਥਾਨਾਂ ਦਾ ਦੌਰਾ ਕਰਨਾ, ਇਕੱਠੇ ਬਹਿ ਕੇ ਕੁਛ ਖਾਣਾ। ਬੁਢਾਪਾ ਜਿਹੜਾ ਇਹ ਮਹਿਸੂਸ ਨਹੀਂ ਹੁੰਦਾ ਜੇ ਇਹ ਗੱਲਾਂ ਆਪਾਂ ਅਪਣਾ ਲਈਏ। ਔਰ ਮੈਂ ਇੱਕ ਸਲਾਹ ਵੀ ਦੇਵਾਂਗਾ ਬਜ਼ੁਰਗਾਂ ਨੂੰ ਕਿ ਉਹ ਆਪਣਾ ਲਗਾਤਾਰ ਮੈਡੀਕਲ ਜਾਂਚ ਕਰਾਉਂਦੇ ਰਹਿਣ। 6 ਮਹੀਨੇ ਬਾਅਦ ਆਪਣੇ ਟੈਸਟ ਕਰਾਉਣ, ਜੇ ਠੀਕ ਸਮਝਦੇ ਆ ਸਾਲ ਬਾਅਦ ਕਰਾਉਣ। ਔਰ ਸਮੇਂ ਸਿਰ ਜਿਹੜੀ ਉਹਨਾਂ ਨੂੰ ਦਵਾਈ ਲੱਗੀ ਹੈ ਉਹ ਸਮੇਂ ਸਿਰ ਖਾਣੀ ਬਹੁਤ ਜ਼ਰੂਰੀ ਹੈ। ਤੇ ਆਪਣੇ ਗੁਆਂਢੀਆਂ ਨਾਲ ਚੰਗਾ ਵਤੀਰਾ ਰੱਖਣ। ਇਸ ਉਮਰ 'ਚ ਸੰਦੀਪ ਕੌਰ ਜੀ ਅੱਖ ਤੇ ਕੰਨਾਂ ਦੇ ਬਹੁਤ ਜ਼ਿਆਦਾ ਅਸਰ ਹੁੰਦਾ ਜੀ। ਬਿਲਕੁਲ। ਔਰ ਇਹਨਾਂ ਨੂੰ ਜਿਹੜੀ ਵੱਧਦੀ ਉਮਰ ਕਰ ਇਹ ਸਮਰੱਥਾ ਦੋਨਾਂ ਚੀਜ਼ਾਂ ਦੀ ਜਿਹੜੀ ਘਟਦੀ ਹੈ। ਬੁਢਾਪੇ ਵਿੱਚ ਹੱਡੀਆਂ ਵੀ ਕਮਜ਼ੋਰ ਹੋਣ ਲੱਗਦੀਆਂ। ਤੇ ਮੇਰੀ ਸਲਾਹ ਵੀ ਡਾਕਟਰ ਦੀ ਜਿਹੜੀ ਸਲਾਹ ਉਹ ਲੈ ਲੈਣੀ ਚਾਹੀਦੀ ਹੈ। ਔਰ ਕੈਲਸ਼ੀਅਮ ਤੇ ਵਿਟਾਮਿਨ ਡੀ ਜਾਂ ਧੁੱਪੇ ਬਹਿ ਕੇ ਇਹ ਜਿਹੜੀਆਂ ਘਾਟ ਸਰੀਰ 'ਚ ਆ ਜਾਂਦੀ ਹੈ ਬਜ਼ੁਰਗੀ ਨਾਲ, ਉਹ ਜਿਹੜੀ ਹੈ ਦੂਰ ਹੋ ਸਕੇ। ਤੇ ਮੇਰੀ ਇਹ ਵੀ ਸਲਾਹ ਹੈ ਕਿ ਪਾਚਨ ਸ਼ਕਤੀ ਜਿਹੜੀ ਹੈ ਉਹ ਘਟ ਜਾਂਦੀ ਹੈ ਜੀ। ਜਦੋਂ ਬਜ਼ੁਰਗੀ ਅਵਸਥਾ 'ਚ ਬੰਦਾ ਆਉਂਦਾ, ਉਹਦੀ ਪਾਚਨ ਸ਼ਕਤੀ ਜਵਾਨੀ ਮੁਕਾਬਲੇ ਘਟ ਜਾਂਦੀ ਹੈ। ਖੰਡ, ਲੂਣ, ਮੈਦਾ, ਤਲੀਆਂ ਚੀਜ਼ਾਂ, ਫਾਸਟ ਫੂਡ ਜਿਹੜੇ ਆ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਮੈਂ ਬਿਲਕੁਲ ਨਹੀਂ ਕਹਿੰਦਾ ਬੰਦ ਕਰ ਦਿਓ, ਜ਼ਿੰਦਗੀ ਨਹੀਂ ਰਿਸਕ ਕਰ ਲਓ, ਪਰ ਉਹਨਾਂ ਨੂੰ ਜ਼ਰੂਰ ਘਟਾ ਦੇਣਾ ਚਾਹੀਦਾ। ਬਿਲਕੁਲ ਸਹੀ। ਬਹੁਤ ਵਧੀਆ ਸੁਝਾਅ ਤੁਸੀਂ ਦਿੱਤੇ ਨੇ ਤੇ ਬਾਕੀ ਸਾਡੀ ਸੁਣਨ ਵਾਲੇ ਸਰੋਤੇ ਬਿਲਕੁਲ ਬੜੇ ਧਿਆਨ ਦੇ ਨਾਲ ਸੁਣ ਰਹੇ ਹੋਣਗੇ ਇਹਨਾਂ ਗੱਲਾਂ ਨੂੰ। ਬੜੀਆਂ ਕੰਮ ਦੀਆਂ ਗੱਲਾਂ ਤੁਸੀਂ ਦੱਸ ਰਹੇ ਹੋ। ਜਾਂਦੇ ਜਾਂਦੇ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਕਿ ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਬਿਲਕੁਲ ਬਜ਼ੁਰਗਾਂ ਦੀ ਹਾਲਤ ਦੇ ਬਾਰੇ ਤੁਸੀਂ ਦੱਸਿਆ ਆ, ਬਹੁਤ ਸਾਰੇ ਬਿਰਧ ਆਸ਼ਰਮ ਵੀ ਖੁੱਲ੍ਹੇ ਨੇ। ਕੀ ਸਰਕਾਰ ਦੇ ਵੱਲੋਂ ਵੀ ਬਜ਼ੁਰਗਾਂ ਦੀ ਸੁਰੱਖਿਆ ਦੇ ਲਈ ਕਿਸੇ ਤਰ੍ਹਾਂ ਦੀਆਂ ਕੋਈ ਸਕੀਮਸ ਜਾਂ ਕੋਈ ਪੈਨਸ਼ਨ ਦੇ ਸੰਬੰਧੀ ਕੋਈ ਅਪਡੇਟ ਹੋਵੇ, ਜਾਂ ਇੱਕ ਗਿਫਟ ਡੀਡ ਦੇ ਬਾਰੇ ਜ਼ਰੂਰ ਦੱਸਿਓ ਜਿਹਦੇ ਬਾਰੇ ਕਿ ਸੁਣਨ ਦੇ ਵਿੱਚ ਆਇਆ ਕਿ ਵੀ ਕੈਂਸਲ ਹੋ ਸਕਦੀ ਹੈ। ਗਿਫਟ ਡੀਡ ਕੀ ਚੀਜ਼ ਹੈ? ਦੋ ਸਵਾਲ ਤੁਸੀਂ ਬਹੁਤ ਇੰਟੈਲੀਜੈਂਟ ਕੁਐਸਚਨ ਜਿਹੜੇ ਤੁਸੀਂ ਪੁੱਟ ਕੀਤੇ ਆ। ਇਹਦੇ ਵਿੱਚ ਪੰਜਾਬ 'ਚ ਬਜ਼ੁਰਗਾਂ ਦਾ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਇਹ ਆਮਦਨ ਨਹੀਂ ਹੈ, ਪੰਜਾਬ ਸਰਕਾਰ ਨੇ 65 ਸਾਲ ਤੋਂ ਉੱਪਰ ਜਿਹੜੇ ਮਰਦ ਬਜ਼ੁਰਗ ਨੇ, 58 ਸਾਲ ਤੋਂ ਉੱਪਰ ਦੀਆਂ ਜਿਹੜੀਆਂ ਜਨਾਨੀਆਂ ਨੇ ਜਿਨ੍ਹਾਂ ਦੀ ਸਾਲਾਨਾ ਆਮਦਨ 60,000 ਰੁਪਏ ਤੋਂ ਘੱਟ ਹੋਵੇ, ਉਹਨਾਂ ਨੂੰ 1500 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ। ਔਰ ਪੰਜਾਬ 'ਚ ਬੜਾ ਵੱਡਾ ਨੰਬਰ 20,78,886 ਲਾਭਪਾਤਰੀ ਨੇ ਜੀ। ਔਰ ਇਹਨਾਂ ਨੂੰ ਜੁਲਾਈ 2022 ਤੱਕ 1494 ਕਰੋੜ ਰੁਪਇਆ ਜਿਹੜਾ ਉਹ ਵੰਡਿਆ ਜਾ ਚੁੱਕਾ।
ਜੀ ਰਹੀ ਗੱਲ, ਤੁਸੀਂ ਹੁਣ ਮੈਨੂੰ ਦੱਸਿਆ, ਦੂਸਰੀ ਗੱਲ ਕੀਤੀ ਹੈ ਵੀ ਗਿਫਟ ਡੀਡ ਬਾਰੇ ਕੀ ਗੱਲ ਹੈ। ਜੀ ਇਸ ਤਰ੍ਹਾਂ ਹੁੰਦਾ, ਬਜ਼ੁਰਗ ਪਿਆਰ 'ਚ ਕਈ ਮੋਹ 'ਚ ਕਈ ਚੰਗੇ ਵਤੀਰੇ ਕਾਰਨ ਆਪਣੀ ਜਾਇਦਾਦ ਬੱਚਿਆਂ ਦੇ ਨਾਂ ਟ੍ਰਾਂਸਫਰ ਕਰ ਦਿੰਦੇ ਆ। ਹਾਂਜੀ। ਔਰ ਉਹ ਇੱਕ ਪੰਜਾਬ 'ਚ ਇਹ ਵੀ ਆਇਆ ਕਿ ਤੁਸੀਂ ਕੋਈ ਰਜਿਸਟ੍ਰੇਸ਼ਨ ਫੀ ਨਹੀਂ ਲੱਗੇਗੀ, ਕੋਈ ਸਟੈਂਪ ਡਿਊਟੀ ਨਹੀਂ ਲੱਗੇਗੀ, ਤੁਸੀਂ ਕੋਰੇ ਕਾਗਜ਼ ਤੇ ਆਪਣੀ ਜਿਹੜੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਬਲੱਡ ਰਿਲੇਸ਼ਨ 'ਚ ਕਰ ਸਕਦੇ ਹੋ ਜੀ। ਉਹਦੇ ਤਹਿਤ ਕਈ ਬਜ਼ੁਰਗਾਂ ਨੇ ਜਿਹੜੀ ਹੈ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਵਾ ਦਿੱਤੀ। ਹਾਂਜੀ। ਪਰ ਕਈਆਂ 'ਚ ਇਹ ਨਤੀਜਾ ਨਿਕਲਣ ਨੂੰ ਮਿਲਿਆ ਜੀ। ਇਹ 2001 ਤੋਂ ਸ਼ੁਰੂ ਹੋਈ ਇਹ ਗੱਲ। ਇਹ ਨਤੀਜਾ ਵੇਖਣ ਲੱਗਿਆ ਉਹਨਾਂ ਨੇ, ਪਰਿਵਾਰ ਨੇ ਬਜ਼ੁਰਗ ਦੀ ਕੇਅਰ ਕਰਨੀ ਹੀ ਬਿਲਕੁਲ ਘੱਟ ਕਰਤੀ, ਘੱਟ ਕੀ ਨਾਮ ਮਾਤਰ ਕਰਤੀ। ਮੰਗਣ ਵਾਲਾ ਉਹਨੂੰ ਬਣਾ ਦਿੱਤਾ ਵੀ ਕਦੀ ਕਿਸੇ ਰਿਸ਼ਤੇਦਾਰ 'ਚ ਰੋਟੀ ਖਾਵੇ, ਕਦੀ ਕਿਤੇ ਖਾਵੇ, ਕਿਤੇ ਜਾਵੇ। ਤੇ ਕਿੰਨਾ ਚਿਰ ਗੁਰਦੁਆਰੇ ਵੀ 4-5 ਦਿਨਾਂ ਤੋਂ ਬਾਅਦ ਉਹ ਕਹਿੰਦੇ ਆ ਜੀ ਵੀ ਆਪਣਾ ਇੰਤਜ਼ਾਮ ਕਰੋ, ਜਿੰਨਾ ਚਿਰ ਨਹੀਂ ਮਿਲਦੀ ਛਕੋ। ਤੇ ਰਿਸ਼ਤੇਦਾਰ ਕਿੰਨਾ ਚਿਰ ਖਵਾਉਣਗੇ। ਸੋ ਭਾਰਤ ਸਰਕਾਰ ਨੇ ਜੀ ਇੱਕ ਐਕਟ ਲਿਆਂਦਾ, ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਕਟ 2007 ਜੀ। ਇਹਦੇ ਵਿੱਚ ਜਿਹੜੀ ਕੋਈ ਗਿਫਟ ਡੀਡ ਪਿਆਰ ਜਾਂ ਕਿਸੇ ਵੀ ਕਾਰਨ ਜਾਂ ਕਿਸੇ ਮੋਹ ਕਾਰਨ ਜਾਂ ਕਿਸੇ ਕਾਰਨ ਜਾਂ ਕਿਸੇ ਦੇ ਵਰਗਲਾਣ ਕਾਰਨ ਜਿਹੜੀ ਕੋਈ ਗਿਫਟ ਡੀਡ ਬੱਚਿਆਂ ਦੇ ਨਾਂ ਪੇਰੈਂਟਸ ਨੇ ਕਰ ਦਿੱਤੀ ਹੈ, ਉਹ ਹੁਣ ਕੈਂਸਲ ਹੋ ਸਕਦੀ ਹੈ। ਉਹ ਇੱਕ ਟ੍ਰਿਬਿਊਨਲ 'ਚ ਸਿੰਪਲ ਕੇਸ ਵਿਦਆਊਟ ਐਡਵੋਕੇਟ ਤੁਹਾਨੂੰ ਪਾਉਣਾ ਪੈਂਦਾ, ਔਰ ਜਦੋਂ ਤੁਸੀਂ ਉਹ ਪਾਉਂਦੇ ਹੋ ਤੇ ਜਿੰਨੀਆਂ ਵੀ ਗਿਫਟ ਡੀਟਾਂ ਨੇ ਉਹਨੂੰ ਟ੍ਰਿਬਿਊਨਲ ਕੈਂਸਲ ਕਰ ਦਿੰਦਾ, ਜਿੰਨੀ ਜਾਇਦਾਦ ਹੈ ਉਹ ਤੁਹਾਡੇ ਨਾਲ ਲੱਗ ਜਾਂਦੀ। ਔਰ ਜੇ ਕਿਸੇ ਕੋਲ ਮੇਨਟੇਨੈਂਸ ਨਹੀਂ ਹੋ ਰਹੀ ਮਾਂ ਪਿਓ ਦੀ, ਪੇਰੈਂਟਸ ਦੀ, ਤਾਂ ਉਹ ਖਰਚੇ ਲਈ ਵੀ ਆਪਣੇ ਧੀ ਤੇ ਪੁੱਤ ਤੇ ਕੇਸ ਪਾ ਸਕਦੇ ਆ ਤੇ ਉਹਨਾਂ ਨੂੰ ਖਰਚਾ ਵੀ ਜਿਹੜਾ ਉਹ ਮਿਲ ਸਕਦਾ। ਸੋ ਇਹ ਜਿਹੜੀ ਗੱਲ ਹੈ ਵੀ ਗਿਫਟ ਡੀਡ ਹੈ, ਇਹ ਹੁਣ ਕੈਂਸਲ ਹੋ ਸਕਦੀ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਇੱਕ ਕਹਾਣੀ ਛੋਟੀ ਜਿਹੀ ਸੁਣਾਉਣਾ ਚਾਹਾਂਗਾ, ਜਿਹੜੀ ਮੈਂ ਜਾਤੀ ਦੇਖੀ ਹੈ ਜੀ। ਕੁਝ ਪਹਿਲਾਂ, ਇੱਕ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਪੈਲਸਾਂ ਦਾ ਜਾਂ ਦੂਜਿਆਂ ਦਾ ਜਾਂ ਬੰਦੇ ਦਾ, ਕਿਉਂਕਿ ਉਹਨਾਂ ਦੀਆਂ ਕੋਈ ਜਾਤੀ ਆਹਤ ਨਾ ਹੋਵੇ ਉਹਨਾਂ ਦੀ। ਸੋ ਮੈਂ ਇੱਕ ਲੁਧਿਆਣੇ 'ਚ ਜੇ ਬਜ਼ੁਰਗ ਰਿਟਾਇਰਮੈਂਟ ਹੋਮ ਹੈ, ਉੱਥੇ ਮੈਂ ਇਹ ਲੇਖ ਲਿਖਣ ਤੋਂ ਪਹਿਲਾਂ ਉੱਥੇ ਗਿਆ। ਤੇ ਉੱਥੇ ਸੰਦੀਪ ਕੌਰ ਜੀ, ਲੂ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ, ਹਰ ਬੰਦੇ ਦੀ ਵੱਖਰੀ ਕਹਾਣੀ, ਤੇ ਤੁਹਾਡਾ ਸਰੀਰ ਕੰਬ ਜਾਏਗਾ ਉਹਨਾਂ ਦੀਆਂ ਕਹਾਣੀਆਂ ਸੁਣਦਿਆਂ। ਮੈਂ ਉੱਥੇ ਉਹਨਾਂ 'ਚ ਇੱਕ ਤੁਹਾਨੂੰ ਕਹਾਣੀ ਸੁਣਾਉਣੀ ਚਾਹਾਂਗਾ, ਛੋਟੀ ਜੀ। ਕਹਾਣੀ ਨਹੀਂ, ਇਹ ਸੱਚਾਈ ਹੈ ਕਿ ਬਜ਼ੁਰਗ ਗੱਲ ਕਰਨ ਲੱਗਿਆ, ਮੈਂ ਕਿਹਾ ਕਿਵੇਂ ਰਹਿੰਦੇ ਉੱਥੇ, ਕਿਵੇਂ ਆ, ਤੇ ਰੋਣ ਲੱਗ ਪਿਆ। ਕਹਿੰਦਾ ਨੂੰਹ ਦਾ ਸਤਾਇਆ ਮੈਂ ਇੱਥੇ ਆ ਗਿਆ, ਮੇਰੇ ਕੋਲ ਐਗਰੀਕਲਚਰ ਲੈਂਡ ਸੀ, ਮੇਰੇ ਕੋਲ ਪਲਾਟ ਸੀ 7-8, ਮੇਰਾ ਪੁੱਤਰ ਏਡਾ ਤਾਬਿਆਦਾਰ ਸੀ ਕਿ ਉਹਨੇ ਮੇਰੀ ਗੱਲ ਤੋਂ ਪਰਾਂ ਹੁੰਦਾ ਨਹੀਂ। ਤੇ ਆ ਜਿਹੜਾ ਫ੍ਰੀ ਰਜਿਸਟ੍ਰੇਸ਼ਨ ਵਾਰਸਾਂ ਨਾ ਕਰਨ ਦੇ ਵਿੱਚ ਮੁੰਡੇ ਨੇ ਕਿਹਾ ਤੁਸੀਂ ਬਜ਼ੁਰਗ ਹੋਏ ਹੋ, ਮੇਰੇ ਨਾਂ ਕਰਾ ਦਿਓ। ਤੇ ਮੈਂ ਕਿਤੇ ਚੱਲਿਆ, ਮੈਂ ਵੀ ਇੱਥੇ ਹੀ ਆ, ਸਾਰੀ ਪ੍ਰਾਪਰਟੀ ਉਹਦੇ ਨਾਂ ਕਰਾਤੀ ਜੀ। ਔਰ ਰੱਬ ਦਾ ਭਾਣਾ, ਉਹ ਮੁੰਡੇ ਦੀ ਮੌਤ ਹੋ ਗਈ। ਔਰ ਜਿਹੜੀ ਨੂੰਹ ਸੀ, ਉਹਨੇ ਐਫਡੀਆਂ ਦਿਸਦੀਆਂ ਸੀ ਉਹਨੂੰ, ਪਿਆਰ ਨਾਲ ਉਹਨੂੰ ਕਹਿਣਾ ਬਾਜੀ, ਜੋ ਵੀ ਕਹਿਣਾ ਡੈਡੀ ਕਹਿ ਕੇ, ਉਹ ਪਿਆਰ ਨਾਲ ਉਹ ਸੇਵਿੰਗ ਖਾਤੇ 'ਚ ਪਵਾ ਲਓ, ਆਪਾਂ ਐਫਡੀਆਂ ਕੀ ਕਰਨੀਆਂ, ਮੁੜ ਕੇ ਲਿਆਣਾ ਬੜਾ ਮੁਸ਼ਕਲ ਹੋ ਜਾਂਦਾ, ਤੁਸੀਂ ਸੇਵਿੰਗ 'ਚ ਕਰਾ ਦਿਓ, ਨੋਮੀਨੇਸ਼ਨ ਮੇਰੀ ਕਰ ਦਿਓ, ਉਹਨਾਂ ਉਹ 'ਚ ਪੈ ਦੇ। ਫਿਰ ਬਹਾਨੇ ਆ ਇੱਕ ਚੈੱਕ ਕੱਟਿਓ, ਬੇਟੇ ਨੂੰ ਫੀਸ ਜਾਣੀ ਆ, ਇੱਕ ਚੈੱਕ ਕੱਟਿਓ, ਕਿਤੋਂ ਪੈਸਾ ਨਹੀਂ ਆਇਆ, ਰਾਸ਼ਨ ਲਿਆਣਾ, ਇੱਕ ਚੈੱਕ ਕੱਟਿਓ, ਬੱਚੇ ਨੂੰ ਬਾਹਰ ਭੇਜਣਾ। ਗੱਲ ਕੀ, ਉਹਦਾ ਖਾਤਾ ਖਾਲੀ ਕਰ ਦਿੱਤਾ। ਘਰ 'ਚ ਝਗੜੇ ਸ਼ੁਰੂ ਹੋ ਗਏ, ਪੈਸੇ ਦੀ ਜਿਹੜੀ ਉਹ ਜਨਾਨੀ ਰੋਟੀ ਦੇਣੋਂ ਵੀ ਆਤਰ ਹੋ ਗਈ। ਔਰ ਉਹਨੇ ਕੀ ਕੀਤਾ, ਉਹਨੇ ਪੁਲਿਸ ਨੂੰ ਸੱਦ ਲਿਆ ਵੀ ਇਹ ਵੇਖੋ ਜੀ ਮੈਨੂੰ ਮਾੜਾ ਸਲੂਕ ਕਰਦੀ ਆ। ਪੁਲਿਸ ਵਾਲੇ ਨੂੰ ਜਨਾਨੀ ਤੁਸੀਂ ਸੁਣ ਕੇ ਜਵਾਬ ਹੈਰਾਨ ਰਹਿ ਜਾਓਗੇ, ਕਹਿੰਦੀ ਜਿਹਦੇ ਕਰਕੇ ਇਸ ਪਿਓ ਨਾਲ ਮੇਰਾ ਰਿਸ਼ਤਾ ਹੀ ਹੋ ਗਿਆ ਮਰ, ਮੇਰਾ ਇਹ ਬੁੱਢੇ ਨਾਲ ਕੋਈ ਰਿਸ਼ਤਾ ਨਹੀਂ ਹੁਣ। ਔਰ ਉਸ ਬੁੱਢੇ ਨੂੰ ਰੋਂਦਾ ਕਰਲਾਉਂਦਾ, ਪੁਲਿਸ ਵੀ ਕੁਛ ਨਾ ਕਰ ਸਕੀ ਵੀ ਸਿਵਲ ਕੇਸ ਹੈ, ਉਹਨਾਂ ਨੇ ਰੋਂਦਾ ਕਰਲਾਉਂਦਾ ਉਹਨੂੰ 35,000 ਰੁਪਇਆ ਪੈਨਸ਼ਨ ਮਿਲਦੀ ਸੀ। ਉਹ ਜਿਹੜਾ ਲੁਧਿਆਣੇ ਬਿਰਧ ਘਰ ਸੀ ਉੱਥੇ ਚਲਾ ਗਿਆ ਜੀ। ਬਿਰਧ ਘਰ ਉੱਥੇ ਜਾ ਕੇ ਹੁਣ ਉਹ ਬੜਾ ਸੁਖੀ ਹੈ, ਟਾਈਮ ਸਿਰ ਉਹਨੂੰ ਦਵਾਈਆਂ ਮਿਲਦੀਆਂ, ਅੱਧੀਆਂ ਬਿਮਾਰੀਆਂ ਉਹਦੀਆਂ ਘਟ ਗਈਆਂ। ਔਰ ਸਭ ਤੋਂ ਜ਼ਰੂਰੀ ਗੱਲ, ਉਹ ਹਜੇ ਵੀ ਜਿਹੜੀ ਬੜੀ ਦਿਲ ਕੰਬਾਊ ਹੈ, ਕਹਿੰਦਾ ਅਜੇ ਵੀ ਰਾਤ ਨੂੰ ਮੈਨੂੰ ਬੱਚਿਆਂ ਦੀ ਸੋਚ ਆ ਜਾਂਦੀ ਹੈ ਵੀ ਮੈਂ ਇਹਨਾਂ ਲਈ ਕੀ ਕੀਤਾ ਤੇ ਇਹਨਾਂ ਨੇ ਮੇਰੇ ਨਾਲ ਕੀ ਕੀਤਾ। ਸਾਰੀ ਰਾਤ ਜੇ 12 ਵਜੇ ਜਾਗ ਖੁੱਲ ਗਈ, 1 ਵਜੇ ਖੁੱਲ ਗਈ, ਤੇ ਉਹ ਯਾਗ ਓਦਾਂ ਹੀ ਹੁੰਦੀ ਹੈ। ਤੇ ਕਹਿੰਦਾ ਦਿਲ ਕਰਦਾ ਮੈਂ ਨਾਲ ਦੇ ਕਮਰੇ 'ਚ ਮੈਂ ਆਪਣੇ ਦੋਸਤ ਕੋਲ ਜਾ ਕੇ ਬਹਿ ਜਾ
ਪਰ ਕਹਿੰਦਾ ਉਹ ਵੀ ਦਿਲ ਦਾ ਹੱਥ ਧੱਕਿਆ ਥਾੜਿਆ ਮੇਰੀ ਪੋਜੀਸ਼ਨ ਚੋਂ ਲੰਘ ਰਿਹਾ, ਕਹਿੰਦਾ ਮੈਂ ਉੱਥੇ ਵੀ ਨਹੀਂ ਜਾ ਸਕਦਾ। ਬਿਲਕੁਲ। ਸੋ ਇਹ ਬੜੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ, ਸੱਚੀਆਂ ਕਹਾਣੀਆਂ ਹੋਣਗੀਆਂ, ਜਿਹੜੀਆਂ ਕਿ ਵਾਕਈ ਤੁਸੀਂ ਕਹਿ ਰਹੇ ਹੋ ਨਾ, ਵਾਕਈ ਲੋਕ ਕੰਡੇ ਖੜੇ ਕਰਦੀਆਂ ਨੇ ਅਜਿਹੀਆਂ ਗੱਲਾਂ ਸੁਣ ਕੇ ਕਿ ਸਾਡੇ ਪੰਜਾਬ ਦੇ ਵਿੱਚ ਬਜ਼ੁਰਗਾਂ ਦੇ ਜਿਹੜੇ ਇਹ ਹਾਲਾਤ ਨੇ, ਔਰ ਨਾ ਸਿਰਫ ਪੰਜਾਬ ਬਲਕਿ ਬਹੁਤ ਸਾਰੀਆਂ ਥਾਵਾਂ ਦੇਸ਼ਾਂ ਵਿਦੇਸ਼ਾਂ ਦੇ ਭਾਰਤ ਦੇ ਹੀ ਹੈ ਜੀ, ਸਾਰੇ ਵਰਲਡ ਦੇ ਇਹ ਹਾਲਾਤ ਨੇ। ਬਜ਼ੁਰਗਾਂ ਨੂੰ ਟੋਲਰੈਂਸ ਬਜ਼ੁਰਗਾਂ ਪ੍ਰਤੀ ਬੱਚਿਆਂ ਦੀ ਬਹੁਤ ਜ਼ਿਆਦਾ ਘਟ ਗਈ ਹੈ। ਪਹਿਲਾਂ ਸਾਂਝਾ ਪਰਿਵਾਰਕ ਪ੍ਰਣਾਲੀ ਹੁੰਦੀ ਸੀ ਸੰਦੀਪ ਜੀ। ਜੀ ਮੈਂ ਮਾਫੀ ਚਾਹੂੰਗੀ ਕਿਉਂਕਿ ਹੁਣ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਬਹੁਤ ਸੋਹਣੀ ਗੱਲਬਾਤ ਤੁਸੀਂ ਕੀਤੀ ਔਰ ਬੜੀ ਲਾਹੇਵੰਦ। ਬਸ ਮੈਂ ਆਖਰੀ ਲਾਈਨ ਇੱਕ ਕਵਾਂਗਾ ਜੀ ਵੀ ਜਿਹੜੇ ਬੱਚੇ ਬਾਹਰ ਚਲ ਜਾਂਦੇ ਆ ਉਹ ਬਜ਼ੁਰਗਾਂ ਨੂੰ ਆਪਣੀ ਦੇਖਭਾਲ ਆਪ ਕਰਨੀ ਪਵੇਗੀ। ਹੁਣ ਬੱਚਿਆਂ ਦੇ ਸਹਾਰੇ ਨਾ ਰਵੋ, ਲੋੜ ਪੈਣ ਤੇ ਸਰਕਾਰ, ਦੋਸਤਾਂ, ਗੁਆਂਢੀਆਂ ਤੇ ਰਿਸ਼ਤੇਦਾਰਾਂ ਦੀ ਮਦਦ ਲਓ ਤਾਂ ਕਿ ਬੁਢਾਪਾ ਚੰਗੇ ਤਰੀਕੇ ਨਾਲ ਜਿਹੜਾ ਉਹ ਚੱਲ ਸਕੇ। ਬਸ ਇੰਨੀ ਮੇਰੀ ਬੇਨਤੀ ਹੈ ਜੀ। ਮਿਹਰਬਾਨੀ ਜੀ, ਸ਼ੁਕਰੀਆ ਗੱਲਬਾਤ ਲਈ। ਸੋ ਵਾਕਈ ਅੱਜ ਦੇ ਸਮੇਂ ਦੇ ਵਿੱਚ ਇੱਕ ਸਹੀ ਵਤੀਰਾ ਔਰ ਬਹੁਤ ਲੋੜ ਹੈ ਕਿ ਇੱਕ ਚੰਗਾ ਵਤੀਰਾ ਜਿਹੜਾ ਬਜ਼ੁਰਗਾਂ ਦੇ ਪ੍ਰਤੀ ਰੱਖਿਆ ਜਾਵੇ ਤੇ ਉਹਨਾਂ ਦਾ ਖਿਆਲ ਰੱਖਿਆ ਜਾਵੇ, ਉਹਨਾਂ ਦੀਆਂ ਜ਼ਰੂਰਤਾਂ ਦਾ, ਕਿਉਂਕਿ ਛੋਟੇ ਹੁੰਦੇ ਬਿਲਕੁਲ ਉਂਗਲ ਫੜ ਕੇ ਸਾਨੂੰ ਉਹ ਤੁਰਨਾ ਸਿਖਾਉਂਦੇ ਨੇ, ਪਰ ਜਦੋਂ ਉਹ ਆਪ ਬਜ਼ੁਰਗ ਹੋ ਜਾਂਦੇ ਨੇ ਤਾਂ ਉਹਨਾਂ ਦੇ ਹੱਥ ਫੜ ਕੇ ਉਹਨਾਂ ਦੇ ਨਾਲ ਤੁਰਨਾ ਸਾਡਾ ਵੀ ਫਰਜ਼ ਬਣਦਾ। ਸੋ ਇੰਨਾ ਹੀ ਕਵਾਂਗੀ ਤੇ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਸੁਣਦੇ ਰਹੋ ਰੇਡੀਓ ਮਿਰਚੀ 1310 ਤੇ ਰੇਡੀਓ ਪੰਜਾਬ।